नाम श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जीओ। सोरठा लख ना सकह अनजान। बकह से अस मिल परस्पर। काज कठन जग जान। बिन मत होए न आवई। लख न सकह अनजान। वाहिगुरु जी का खालसा वाहिगुरु जी की फतेह। धन धन सतगुरु श्री गुरु नानक देव साहिब जी महाराज। धन धन श्री गुरु गोबिंद सिंह साहिब सच्चे पातशाह जी महाराज। धन धन श्री गुरु ग्रंथ साहिब जी महाराज। सतगुरु जी की साजी नवाजी परम सत्कार गुरु रूप साध संगत जीओ। आप गुरु के संगतां वड्डियां भागां वाले हो जो गुरु साहब जी दे चरणों में जुड़ करके लाहा लै रहे हो। गुरु साहब जी की महान पावन पवित्र बाणी के जाप आप संगतां ने सरवण कीते हन। उस तो उपरंत अरदास गुरु चरणों में होई। पावन पवित्र हुक्मनामे बख्श के गुरु साहब जी ने निहाल किया है। सो गुरु प्यारी साध संगत जी आप बहुत ही महान धन धन श्री गुरु नानक देव महाराज जी का सोहना इतिहास जिहड़ा पढ़ सुन रहे हैं। जो कि गुरु साहब की कृपा नाल कुछ थोड़े दिनों तो कुछ दिन पहला प्रारंभ किया है। ते उस कथा नूं सरवण कर लई आप संगतां गुरु कीआं जुड़ बैठते हो। सो गुरु प्यारी साध संगत जी जिवें गुरु नानक साहब महाराज अपनी त्याग अवस्था च रहिंदे है। गृहस्थ आश्रम विच रह के भी गुरु महाराज निर्लेप है त्यागी रहिंदे है। पर जिहड़े कोई अनजान लोग है गुरु नानक साहब जी की महिमा नहीं जान सकते ते ओह लोग आपो विच ही गुरु साहब जी की हालत वेख के भी किसी नाल बोलते नहीं है, कल्ले रहिंदे है। कहते भी इन्हां नूं संसारक कंमां तो डर पै लगदा है। इस करके ये इस तरह जिहड़ा हालत विच रहिंदे हैं। गुरु महाराज सच्चे पातशाह जी ते साध संगत की त्याग अवस्था विच रह के दिखाया निर्लेप जिवें कमल अलेप हुंदा है जल विच। इवें गुरु महाराज निर्लेप हैगे है। ये सतगुरु जी ते इस तरह जिहड़ा अपना समा बिता रहे हैं क्योंकि जो असल कार्य करना उही वो करना है। ते पर
ਅਣਜਾਣ ਲੋਕ ਇਸ ਗੱਲ ਤੋਂ ਜਾਣੂ ਨਹੀਂ ਹੈ। ਸੱਚੇ ਪਾਤਸ਼ਾਹ ਜੀ ਘਰ ਵਿੱਚ ਜਿਵੇਂ ਯੋਗੀਆਂ ਦੀ ਰੀਤੀ ਹੁੰਦੀ ਹੈ, ਤਿਆਗੀ ਰਹਿਣਾ, ਨਿਰਲੇਪ ਰਹਿਣਾ, ਇਵੇਂ ਰਹਿੰਦੇ ਹੈ। ਅਤੇ ਭਾਈ ਬਾਲਾ ਜੀ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਕਿ ਇਹ ਗੁਰੂ ਅੰਗਦ ਦੇਵ ਸਾਹਿਬ ਜੀ ਜਿਵੇਂ ਜਨਕ ਰਾਜਾ ਗ੍ਰਹਿਸਥ ਆਸ਼ਰਮ ਵਿੱਚ ਰਹਿੰਦਾ ਹੋਇਆ ਵੀ ਐ ਨਿਰਲੇਪ ਰਹਿੰਦਾ ਸੀ, ਉਹ ਕਹਾਣੀ ਅੱਜ ਤੱਕ ਪ੍ਰਤੱਖ ਹੈ। ਅਤੇ ਉਹ ਬਹੁਤ ਜਨਕ ਰਾਜਾ ਮਹਾਨ ਸੀ, ਸਤਿਯੁਗ ਰਾਜ ਵਰਤਾਇਆ, ਐਸਾ ਉਹਨਾਂ ਨੇ ਰਾਜ ਵਰਤਾਇਆ ਹੋਇਆ ਸੀ। ਅਤੇ ਜਨਕ ਰਾਜੇ ਦੀ ਮਹਾਨਤਾ ਦਰਸਾਉਂਦੇ ਹੋਏ ਵੀ ਜਿਵੇਂ ਉਹ ਗ੍ਰਹਿਸਥ ਆਸ਼ਰਮ ਵਿੱਚ ਨਿਰਲੇਪ ਸਨ, ਤਿਵੇਂ ਗੁਰੂ ਨਾਨਕ ਸਾਹਿਬ ਜੀ ਨਿਰਲੇਪ। ਪ੍ਰਮਾਣ ਤੌਰ 'ਤੇ ਗੁਰੂ ਸਾਹਿਬ ਜੀ ਤਾਂ ਬਹੁਤ ਮਹਾਨ ਹਨ ਸਾਧ ਸੰਗਤ ਜੀ, ਕਿਉਂਕਿ ਅੱਗੇ ਕਥਾ ਹੀ ਜਾਣੀ ਹੈ ਵੀ ਜਨਕ ਰਾਜੇ ਦੇ ਸਰਾਪੇ ਹੋਇਆਂ ਨੂੰ ਗੁਰੂ ਸਾਹਿਬ ਜੀ ਨੇ ਜਿਹੜਾ ਤਾਰਿਆ, ਉਧਾਰ ਕੀਤਾ ਉਹਨਾਂ ਰੂਹਾਂ ਦਾ। ਜਨਕ ਰਾਜਾ ਵਿਦੇਹ ਮੁਕਤ ਸਾਧ ਸੰਗਤ ਜੀ ਹੈਗਾ ਸੀ। ਇੱਕ ਇਸੇ ਸੰਬੰਧ ਵਿੱਚ ਵੀ ਗ੍ਰਹਿਸਥ ਆਸ਼ਰਮ ਵਿੱਚ ਕਿਵੇਂ ਰਾਜਾ ਨਿਰਲੇਪ ਸੀ, ਉਹ ਸਾਖੀ ਆਉਂਦੀ ਹੈ ਇੱਕ ਸੁਖਦੇਵ ਮੁਨੀ ਦੀ। ਗੁਰਬਾਣੀ ਵਿੱਚ ਬਚਨ ਆਉਂਦੇ, ਜਾਗੈ ਸੁਖਦੇਵ ਅਰ ਅਕੂਰ। ਉੱਥੇ ਉਹ ਸਾਖੀ ਹੈ ਵੀ ਸੁਖਦੇਵ ਮੁਨੀ ਵਿਆਸ ਰਿਖੀ ਜੀ ਦਾ ਪੁੱਤਰ ਸੀ, ਬਹੁਤ ਜੋ ਤਿਆਗੀ ਸੀ। ਅਤੇ ਵਿਆਸ ਰਿਖੀ ਨੇ ਕਿਹਾ ਕਿ ਤੂੰ ਮੇਰੇ ਕੋਲ ਉਪਦੇਸ਼ ਲੈਣਾ ਕਰ ਸੁਖਦੇਵ ਪੁੱਤਰ। ਅੱਗੋਂ ਸੁਖਦੇਵ ਮੁਨੀ ਕਹਿੰਦਾ ਕਿ ਪਿਤਾ ਜੀ ਮੈਂ ਤਾਂ ਬਚਪਨ ਤੋਂ ਹੀ ਬ੍ਰਾਹਮ ਹਾਂ, ਤਿਆਗੀ ਹਾਂ, ਮੈਨੂੰ ਉਪਦੇਸ਼ ਦੀ ਲੋੜ ਨਹੀਂ। ਫਿਰ ਵਿਆਸ ਰਿਖੀ ਜੀ ਨੇ ਕਿਹਾ ਕਿ ਰਿਖੀ ਨੇ ਆਪਣੇ ਪੁੱਤਰ ਸੁਖਦੇਵ ਮੁਨੀ ਨੂੰ ਕਿਹਾ ਵੀ ਪੁੱਤਰ ਜੇ ਤੂੰ ਹੁਣ ਸਾਡੇ ਤੋਂ ਉਪਦੇਸ਼ ਨਹੀਂ ਲੈਣਾ ਤੇ ਰਾਜੇ ਜਨਕ ਪਾਸੋਂ ਉਪਦੇਸ਼ ਲੈ, ਉਹ ਬੜੇ ਮਹਾਨ ਹੈ। ਸੁਖਦੇਵ ਮੁਨੀ ਦੇ ਮਨ 'ਚ ਸੀ ਵੀ ਮੈਂ ਤਿਆਗੀ ਹਾਂ, ਬਚਪਨ ਤੋਂ ਹੀ ਇਹ ਤਪ ਕੀਤਾ ਹੈ, ਘਰ-ਬਾਰ ਤਿਆਗ ਕੇ ਬਰਗਤੀ ਰਹਿ ਕੇ। ਅਤੇ ਜਨਕ ਰਾਜਾ ਦੇ ਜਿਹੜਾ ਉਹ ਐਵੇਂ ਮਹਿਲਾਂ ਵਿੱਚ ਰਹਿੰਦਾ ਹੈ, ਆਪਣੀ ਰਾਣੀਆਂ ਤੋਂ ਸੇਵਾ ਕਰਾਉਂਦਾ ਹੈ, ਉਹ ਕਿਵੇਂ ਨਿਰਲੇਪ ਤਿਆਗੀ ਹੋ ਸਕਦਾ ਹੈ? ਉਹਦਾ ਉਪਦੇਸ਼ ਦੀ ਮੈਨੂੰ ਕੀ ਉਹ ਦੇਣਗੇ, ਕੀ ਉਪਦੇਸ਼ ਲੈਣਾ? ਪਰ ਪਿਤਾ ਜੀ ਦੇ ਕਹਿਣੇ ਕਰਕੇ ਜਨਕ ਰਾਜੇ ਪਾਸ ਭੇਜਿਆ, ਸੁਖਦੇਵ ਮੁਨੀ ਚਲਾ ਗਿਆ। ਜਦੋਂ ਸੁਖਦੇਵ ਮੁਨੀ ਰਾਜੇ ਜਨਕ ਕੋਲ ਉਪਦੇਸ਼ ਲੈਣ ਲਈ ਗਿਆ ਤਾਂ ਰਾਜੇ ਦੇ ਮਹਿਲ ਦੇਖ ਕੇ ਇਸ ਨੇ ਆਪਣੀ ਤੂੰਬੀ, ਚਿੱਪੀ ਜੀ ਅਤੇ ਫੌੜੀ ਬਾਹਰ ਰੱਖ ਦਿੱਤੀ। ਜੋ ਆਪਣੀ ਕੰਬਲੀ ਸੀ ਉੱਤੇ ਨਾਲ ਲਈ ਫਿਰਦੇ, ਉਹ ਵੀ ਰੱਖ ਦਿੱਤੀ। ਆਪ ਰਾਜੇ ਦੇ ਮਹਿਲਾਂ ਅੰਦਰ ਪ੍ਰਵੇਸ਼ ਹੋ ਗਿਆ। ਅੰਦਰ ਜਾ ਕੇ ਰਾਜੇ ਰਾਜ ਵਿਭੂਤੀ ਦੇ ਕੇ ਆਪਣੇ ਉਦਾਸ ਪੁਣੇ, ਉਪਰਾਮ ਪੁਣੇ ਦੇ ਹੰਕਾਰ ਨਾਲ ਮਨ ਅੰਦਰ ਹੀ ਕਹਿੰਦਾ ਹੈ ਇਹ ਤਾਂ ਆਪ ਮਾਇਆ ਵਿੱਚ ਫਸਿਆ ਹੈ। ਜਨਕ ਰਾਜਾ ਰਾਣੀਆਂ ਕੋ ਸੇਵਾ ਕਰਾਉਂਦਾ, ਮੈਨੂੰ ਇਹ ਕੀ ਉਪਦੇਸ਼ ਦੇਵੇਗਾ? ਉੱਧਰ ਰਾਜੇ ਨੇ ਇਸ ਦੇ ਅੰਦਰ ਦੀ ਗੱਲ ਜਾਣ ਲਈ, ਕਿਉਂਕਿ ਜਨਕ ਰਾਜਾ ਤੇ ਬਹੁਤ ਸਾਧ ਸੰਗਤ ਜੀ ਵਿਦੇਹ ਮੁਕਤ ਸੀ ਔਰ ਯੋਗ ਸ਼ਕਤੀ ਨਾਲ ਹੀ ਇਹਨੂੰ ਜਾਣ ਲਈ ਇਹਦੀ ਹਾਲਤ ਤੇ ਸੇਵਾ ਕਰਾ ਰਿਹਾ ਹੈ। ਫਿਰ ਆਪਣੀ ਸ਼ਕਤੀ ਨਾਲ ਹੀ ਇਹਦਾ ਸੰਸਾਰ ਨਿਵਰਤ ਕਰਨ ਵਾਸਤੇ ਵੀ ਤਿਆਗੀ ਕੌਣ ਹੈ, ਉਹ ਮਹਿਲਾਂ ਨੂੰ ਅੱਗ ਲਾ ਦਿੱਤੀ। ਜਦੋਂ ਅੱਗ ਲਾ ਦਿੱਤੀ, ਉਦਾਸ ਜਿਹੜਾ ਸੀ ਸੇਵਕ ਭੱਜੇ, ਮਹਾਰਾਜ ਅੱਗ ਲੱਗ ਗਈ ਹੈ, ਅਬ ਜਲਦੀ ਕੋਈ ਉਪਰਾਲਾ ਹੀਲਾ ਕਰੋ, ਨਹੀਂ ਤੇ ਸਾਰੇ ਮਹਿਲਾਂ ਵਿੱਚ ਪਿਆ ਹੋਇਆ ਜਿਹੜਾ ਸਾਜੋ ਸਮਾਨ ਹੈ, ਧਨ ਦੌਲਤ ਸਭ ਸੜ ਮੱਚ ਜਾਏਗਾ। ਪਰ ਰਾਜਾ ਜਨਕ ਜਿਵੇਂ ਬੈਠਾ ਸੀ ਆਪਣੇ ਆਸਣ 'ਤੇ, ਉਹ ਰਾਣੀਆਂ ਸੇਵਾ ਕਰ ਰਹੀਆਂ, ਉਸੇ ਤਰ੍ਹਾਂ ਚੁੱਪ ਸ਼ਾਂਤ। ਅਤੇ ਉਹਨਾਂ ਨੇ ਕਿਹਾ ਵੀ ਰਾਜਾ ਤੁਸੀਂ ਕੁਝ ਕਰੋ, ਨਹੀਂ ਤੇ ਮਹਿਲਾਂ ਨੂੰ ਅੱਗ ਲੱਗੀ ਹੋਈ, ਸੜ ਜਾਣਗੇ, ਸਭ ਕੁਝ ਖਤਮ ਹੋ ਜਾਏਗਾ। ਰਾਜੇ ਨੇ ਗੌਰ ਨਹੀਂ ਕੀਤੀ, ਹੈ ਮੌਜ ਵਿੱਚ ਸਨ ਆਪਣੇ,
ਕਿਉਂਕਿ ਤਿਆਗੀਆਂ ਨੂੰ ਕੀ ਹੈ, ਕੀ ਵੀ ਹੋ ਜਾਏ। ਇੱਧਰ ਜੋ ਤਿਆਗੀ ਆਪਣੇ ਆਪ ਨੂੰ ਸੁਖਦੇਵ ਮੁਨੀ ਮੰਨਦਾ ਸੀ, ਅੱਗ ਲੱਗੀ ਦੇਖ ਕੇ ਸੁਖਦੇਵ ਮੁਨੀ ਆਪਣੀ ਤੂੰਬੀ ਤੇ ਫੌੜੀ ਫੜ ਲਈ ਬਾਹਰ ਵੱਲ ਭੱਜ ਪਿਆ। ਉਸ ਵੇਲੇ ਰਾਜੇ ਜਨਕ ਨੇ ਕਿਹਾ, ਹੇ ਭ੍ਰਗਤਾ, ਕੀ ਹੋਇਆ, ਕਿੱਧਰ ਚੱਲ ਪਿਆ, ਕੀ ਗੱਲ ਹੋ ਗਈ? ਕਹਿਣ ਲੱਗਾ, ਮਹਾਰਾਜਾ ਜੀ, ਆ ਤੁਹਾਡੇ ਦਾਸ ਕਹਿ ਰਹੇ ਮਹਿਲ ਨੂੰ ਅੱਗ ਲੱਗ ਗਈ ਹੈ ਤੇ ਮੇਰੀ ਉਹ ਬਾਹਰ ਤੂੰਬੀ ਫੌੜੀ ਚਿੱਪੀ ਆਦਿ ਕੰਬਲੀ ਜੀ ਪਈ ਹੈ ਤੇ ਮੈਂ ਸੋਚਿਆ ਵੀ ਉਹਨੂੰ ਚੁੱਕ ਕੇ ਪਰੇ ਪਾਸੇ ਕਰ ਲਵਾਂ। ਜਨਕ ਰਾਜਾ ਜਿਹੜਾ ਉਸ ਵੇਲੇ ਹੱਸਿਆ, ਕਹਿੰਦੇ ਵੀ ਸੁਖਦੇਵ ਮੁਨੀ ਵਰਕਤ ਜੀ, ਤੁਸੀਂ ਆ 1-2 ਪੈਸਿਆਂ ਦੀ ਤੂੰਬੀ ਤੇ ਫੌੜੀ ਚੁੱਕਣ ਲਈ ਬਾਹਰ ਨੂੰ ਦੌੜ ਪਏ ਹੋ, ਇੱਧਰ ਮੇਰੇ ਮਹਿਲਾਂ ਨੂੰ ਅੱਗ ਲੱਗੀ ਹੋਈ, ਮੈਨੂੰ ਕੋਈ ਪਰਵਾਹ ਨਹੀਂ ਹੈ, ਭਾਵੇਂ ਸਾਰਾ ਕੁਝ ਸੜ ਮਰ ਜਾਏ। ਹੁਣ ਤੂੰ ਦੱਸ ਕੇ ਗ੍ਰਹਿਸਤੀ ਹੋ, ਮੈਂ ਗ੍ਰਹਿਸਤੀ ਹੋ ਕੇ ਮਾਇਆ ਵਿੱਚ ਫਸਿਆ ਕਿ ਜਾਂ ਤੂੰ ਵਿਰਗਤੀ ਹੋ ਕੇ ਮਾਇਆ ਵਿੱਚ ਫਸਿਆ ਹੋਇਆ। ਇਹ ਸੁਣ ਕੇ ਤੇ ਫਿਰ ਸਾਧ ਸੰਗਤ ਸੁਖਦੇਵ ਮੁਨੀ ਢਿੱਲਾ ਜਾ ਪੈ ਗਿਆ ਕਿ ਗੱਲ ਤੇ ਬਿਲਕੁਲ ਠੀਕ ਮਨਾ, ਤਿਆਗੀ ਤੂੰ ਮੰਨਦਾ ਆਪਣੇ ਆਪ ਨੂੰ, ਤੇ ਜਿਨ੍ਹਾਂ ਨੂੰ ਤੂੰ ਕਹਿੰਦਾ ਵੀ ਗ੍ਰਹਿਸਥ ਆਸ਼ਰਮ 'ਚ ਫਸੇ ਹੋਏ ਆ, ਉਹ ਰਾਜਾ ਜਨਕ ਮਹਾਨ ਹੈ। ਫਿਰ ਸਾਧ ਸੰਗਤ ਜੀ ਨੇ ਉਪਦੇਸ਼ ਲੈ ਕੇ ਬਹੁਤ ਤਕੜਾ ਇਹਨੇ ਘਾਲ ਕਮਾਈ ਕੀਤੀ ਸੀ। ਉਹ ਘਾਲ ਕਮਾਈ ਤੋਂ ਬਾਅਦ ਸੁਖਦੇਵ ਮੁਨੀ ਨੂੰ ਰਾਜੇ ਜਨਕ ਨੇ ਉਪਦੇਸ਼ ਦਿੱਤਾ ਸੀ। ਇਵੇਂ ਜਨਕ ਰਾਜਾ ਗ੍ਰਹਿਸਥ ਆਸ਼ਰਮ ਵਿੱਚ ਰਹਿੰਦਾ ਹੋਇਆ ਵੀ ਐਂ ਬਦੇਵ ਮੁਕਤ ਨਿਰਲੇਪ ਸੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਗ੍ਰਹਿਸਥ ਆਸ਼ਰਮ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਸਨ, ਜਿਸ ਕਰਕੇ ਭਾਈ ਬਾਲਾ ਜੀ ਨੇ ਪ੍ਰਮਾਣ ਦਿੱਤਾ ਤੇ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਪਿੱਛੇ ਪ੍ਰਸੰਗ ਸਰਵਣ ਕਰ ਲਿਆ। ਅੱਗੇ ਜਿਵੇਂ ਸਤਿਗੁਰੂ ਜੀ ਨੇ ਬਹੁਤ ਮਹਾਨ ਕਲਾ ਵਰਤਾਈ, ਉਹ ਸਾਧੂ ਨੂੰ ਲੋਟਾ ਛਾਪ ਦਿੱਤਾ, ਉਹ ਪ੍ਰਸੰਗ ਵਿਸਥਾਰ ਨਾਲ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆ ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਲਖ ਨਾ ਸਕਹਿ ਅਨਜਾਨਾ। ਗੁਰੂ ਮਹਾਰਾਜ ਤੇ ਐਸੇ ਮਹਾਨ ਹੈ ਵੀ ਜਿਵੇਂ ਸਵਾਹ ਵਿੱਚ ਉਹ ਅੱਗ ਛੁਪੀ ਹੁੰਦੀ ਤਿਉਂ ਮਹਾਰਾਜ ਨੇ ਆਪਣੀ ਕਲਾ ਜਿਹੜੀ ਛੁਪਾ ਕੇ ਰੱਖੀ ਹੈ ਸ਼ਕਤੀ ਸਰੀਰ ਵਿੱਚ, ਕਿ ਪਿਤਾ ਕੁਝ ਵੀ ਕਹਿੰਦੇ ਆ ਫਿਰ ਵੀ ਮਹਾਰਾਜ ਕੁਝ ਨਹੀਂ ਬੋਲਦੇ। ਨਹੀਂ ਤੇ ਪਿਤਾ ਕਲਿਆਣ ਚੰਦ ਕੀ ਬੋਲ ਸਕਦੇ ਗੁਰੂ ਸਾਹਿਬ ਜੀ ਨੂੰ ਜੇ ਚਾਹੁਣ ਨਾ ਦੇ ਮਹਾਰਾਜ। ਪਰ ਇਹ ਜਾਣ ਕੇ ਵੀ ਤਪ ਕੀਤਾ ਹੈ ਪਿਤਾ ਜੀ ਨੇ, ਅਸੀਂ ਇਹਨਾਂ ਨੂੰ ਬਚਨ ਦਿੱਤਾ, ਅਸੀਂ ਅਵਤਾਰ ਲਿਆ ਇਹਨਾਂ ਦੇ ਗ੍ਰਹਿ ਵਿਖੇ, ਹੁਣ ਕੀ ਕਹਿਣਾ ਹੈ। ਤੇ ਮਹਾਰਾਜ ਜੀ ਨੂੰ ਪਿਤਾ ਜੀ ਕੁਝ ਬੁਰਾ ਕਹਿਣ ਭਲਾ ਕਹਿਣ, ਆਪਣੀ ਮੌਜ 'ਚ ਰਹਿੰਦੇ ਮਹਾਰਾਜ। ਐਵੇਂ ਵਿਰਾਜਮਾਨ ਰਹਿੰਦੇ ਆਸਨਾਂ ਦੇ, ਕਿਸੇ ਨਾਲ ਬੋਲਦੇ ਨਹੀਂ, ਚਾਦਰਾ ਲੈ ਕੇ ਪਏ ਰਹਿੰਦੇ, ਕਦੀ ਜੰਗਲ ਨੂੰ ਚਲੇ ਜਾਂਦੇ ਹੈ। ਪਰ ਜਿਹੜੇ ਲੱਖ ਨਾ ਸਕੈ ਅਣਜਾਣ ਬੇਸਮਝ ਲੋਕ ਹੈ, ਗੁਰੂ ਸਾਹਿਬ ਜੀ ਦੇ ਅਸੀਂ ਮਹਾਨ ਕਲਾ ਨੂੰ ਜਾਣ ਨਹੀਂ ਸਕਦੇ। ਬਕਹਾ ਸੇ ਅਸ ਮਿਲ ਪਰਸਪਰ। ਆਪੋ ਵਿੱਚ ਮਿਲ ਕੇ ਜਿਹੜਾ ਇਸ ਤਰ੍ਹਾਂ ਬਕਦੇ ਹੈ, ਕਹਿੰਦੇ ਹੈ ਕਾਜ ਕਠਨ ਜਗ ਜਾਨਾ। ਕਹਿੰਦੇ ਵੀ ਆ ਜੋ ਗੁਰੂ ਨਾਨਕ ਸਾਹਿਬ ਕਲਿਆਣ ਚੰਦ ਦੇ ਪੁੱਤਰ, ਸੰਸਾਰ ਦੇ ਜਿਹੜੇ ਕੰਮ ਕਾਜ ਇਹਨਾਂ ਨੂੰ ਬੜਾ ਕਠਿਨ ਸਖਤ ਜਾਣ ਕੇ। ਕਾਜ ਬਿਨ ਮਤ ਹੋਏ ਨਾ ਆਵਈ। ਤੇ ਇਹ ਜਿਹੜੇ ਸੰਸਾਰ ਦੇ ਕੰਮ ਹੈ ਉਹ ਬਿਨਾਂ ਅਕਲ ਮਤ ਤੋਂ ਹੋ ਨਹੀਂ ਆਉਂਦੇ, ਤੇ ਇਹਨਾਂ ਨੂੰ ਅਕਲ ਮਤ ਕੋਈ ਹੈ ਨਹੀਂ ਹੈ। ਇਸ ਕਰਕੇ ਸੰਸਾਰ ਦੇ ਕੰਮ ਇਹਨਾਂ ਕੋਲ ਹੋ ਨਹੀਂ ਆਉਂਦੇ, ਬਣ ਨਹੀਂ ਆਉਂਦੇ, ਤੇ ਸੰਸਾਰ ਦੇ ਕੰਮਾਂ ਨੂੰ ਬੜੇ ਕਠਿਨ ਜਾਣ ਕੇ। ਸ੍ਰੀ ਬੇਦੀ ਕੁਲ ਚੰਦ। ਤੇ ਅਕਲ ਮਤ ਨਹੀਂ ਹੈ, ਜਿਸ ਕਰਕੇ ਇਹਨਾਂ ਕੋਲ ਹੁੰਦੇ ਨਹੀਂ ਹੈ ਕੰਮ। ਇੱਧਰ ਸ੍ਰੀ ਗੁਰੂ
ਨਾਨਕ ਦੇ ਮਹਾਰਾਜ ਬੇਦੀਆਂ ਦੇ ਕੁਲ ਦੇ ਚੰਦਰਮਾ ਰੂਪ। ਰਹਿਤ ਸਮਾਨ ਸੁਭਾਏ ਮੈਂ ਸੁੱਤੇ ਸਿੱਧੀ ਮਹਾਰਾਜ ਆਪਣੇ ਆਪ ਵਿੱਚ ਸਮਾਨ ਹੀ ਰਹਿੰਦੇ ਐ। ਕੋਈ ਬਕਵਾਸ ਕਿੰਨਾ ਕਰੀ ਜਾਏ, ਮਹਾਰਾਜ ਆਪਣੇ ਸੁਭਾਅ ਵਿੱਚ ਹੀ ਰਹਿੰਦੇ ਐ ਇੱਕ ਬਰਾਬਰ। ਕਮਲਨ ਸੇ ਮਤ ਮੰਦ ਜਿਹੜੇ ਬੇਮੁਖ ਲੋਕ ਕਮਲਾਂ ਵਰਗੇ ਐ, ਭੈੜੀ ਮੱਤ ਵਾਲੇ ਲੋਕ, ਜਿਨ੍ਹਾਂ ਦੀ ਮਤ ਬੁੱਧੀ ਬੜੀ ਮਾੜੀ ਹੈ, ਭੈੜੀ ਹੈ, ਉਹ ਕਮਲਾਂ ਦੀ ਨਿਆਈ ਹੈ। ਜਿਵੇਂ ਕਮਲ ਫੁੱਲ ਚੰਦਰਮਾ ਨੂੰ ਦੇਖ ਕੇ ਮੂੰਦੇ ਜਾਂਦੇ, ਮੀਟੇ ਜਾਂਦੇ ਐ। ਕੈਸੇ ਸਕਹਿ ਪਛਾਨ ਸੋ ਫਿਰ ਉਹ ਜਿਹੜੇ ਕਮਲਾਂ ਵਰਗੇ ਐ, ਭੈੜੇ ਮੰਦੀ ਮਤ ਵਾਲੇ, ਤੇ ਗੁਰੂ ਸਾਹਿਬ ਜੋ ਚੰਦਰਮਾ ਸਰੂਪ ਹੈ, ਤੇ ਉਹਨਾਂ ਨੂੰ ਵੇਖ ਕੇ ਕਿਸ ਤਰ੍ਹਾਂ ਉਹ ਪਛਾਣ ਸਕਦੇ? ਉਹਦੇ ਸਗੋਂ ਮੂੰਦੇ ਜਾਂਦੇ ਐ, ਗਿਆਨ ਦੇ ਨੇਤਰ ਖੁੱਲੇ ਨਹੀਂ ਹੈ। ਬੇਮੁਖ ਲੋਕ ਮੁਰਝਾ ਜਾਂਦੇ ਆ, ਮੀਟੇ ਜਾਂਦੇ ਉਹਨਾਂ ਦੇ ਮੂੰਹ, ਜਿਵੇਂ ਕਮਲ ਫੁੱਲ ਮੂੰਹ ਮੀਟ ਲੈਂਦਾ ਚੰਦਰਮਾ ਨੂੰ ਦੇਖ ਕੇ। ਗੁਰੂ ਨਾਨਕ ਸਾਹਿਬ ਜੀ ਕਮਲ ਫੁੱਲ ਦੀ ਨਿਆਈ ਹੈ, ਗੁਰੂ ਨਾਨਕ ਸਾਹਿਬ ਜੀ ਚੰਦਰਮਾ ਦੀ ਨਿਆਈ ਹੈ। ਕਮਲਾਂ ਵਰਗੇ ਜਿਹੜੇ ਭੈੜੀ ਮੱਤ ਵਾਲੇ, ਉਹ ਕਿਵੇਂ ਪਛਾਣ ਸਕਦੇ ਮਹਾਰਾਜ ਜੀ ਨੂੰ? ਧਰਮ ਧਰੀਨ ਅਗਾਧ ਗੁਰੂ ਮਹਾਰਾਜ ਦੇ ਧਰਮ ਧਾਰਨ ਵਾਲੇ, ਧਰਮ ਦਾ ਧੁਰਾ ਅਗਾਧੀ ਹਨ। ਆਸ ਬਿਦ ਸਮਾਂ ਬਿਤਾਵਈ ਇਸ ਤਰ੍ਹਾਂ ਕਿਸੇ ਦੀ ਗੱਲ ਵੱਲ ਗੌਰ ਨਹੀਂ ਕਰਦੇ ਤੇ ਆਪਣਾ ਸਮਾਂ ਲਗਾਉਂਦੇ ਮੌਜ ਨਾਲ। ਚੱਲ ਕਰ ਆਇਓ ਸਾਧ ਇੱਕ ਦਿਨ ਦੀ ਗੱਲ ਹੈ ਵੀ ਇੱਕ ਜੋ ਸਾਧ ਵਿਰਾਗੀ ਤਿਆਗੀ ਸੀ, ਉਹ ਚੱਲ ਕਰਕੇ ਤਲਵੰਡੀ ਨਗਰ ਆ ਗਿਆ। ਏਕ ਦਿਵਸ ਤਲਵੰਡ ਕਾ ਇੱਕ ਦਿਨ ਤਲਵੰਡੀ ਨਗਰ ਵਿੱਚ ਸਾਧੂ ਆ ਗਿਆ ਚੱਲ ਕਰਕੇ। ਕਬਿਤ ਰੀਤ ਤਨ ਸੰਤ ਕੀ ਅਤੀਤ ਬੈਠੋ ਆਨ ਇੱਕ ਜਿਹੜਾ ਅਤੀਤ ਤਿਆਗੀ ਸਾਧੂ ਸੀ, ਉਹ ਆਣ ਕੇ ਬੈਠ ਗਿਆ, ਜਿਹਦੀ ਸਰੀਰ ਤੇ ਸੰਤਾਂ ਵਾਲੀ ਰੀਤੀ ਮਰਿਆਦਾ ਹੈ ਸੀ, ਭਾਵ ਸੰਤਾਂ ਵਾਲਾ ਭੇਖ ਧਾਰਨ ਕੀਤਾ ਹੋਇਆ ਸੀ ਤਿਆਗੀ ਨੇ। ਨੰਗਰ ਵਹਿਰ ਬਾਰ ਆਸਨ ਡਸਾਏ ਕੇ ਨਗਰ ਤੋਂ ਬਾਹਰ ਹੀ ਚੰਗਾ ਜਿਹੜਾ ਆਸਣ ਡਾ ਕੇ, ਤਾਹੀਂ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ। ਉਸੇ ਸਮੇਂ ਸੁੱਤੇ ਸੇਧੀ ਗੁਰੂ ਨਾਨਕ ਸਾਹਿਬ ਜੀ ਉੱਧਰ ਹੀ ਚਲੇ ਗਏ। ਵੈਸੇ ਕਰਤਾਰ ਤਾਂ ਸੁਨਾਏ ਕੇ ਉਹ ਸਾਧੂ ਅਤੀਤ ਦੇ ਕੋਲ ਜਾ ਕੇ ਮਹਾਰਾਜ ਸਤ ਕਰਤਾਰ ਧੰਨ ਕਰਤਾਰ ਇਸ ਤਰ੍ਹਾਂ ਸੁਣਾ ਕੇ ਉਸ ਸਾਧੂ ਨੂੰ ਜਾ ਬੈਠੇ ਐ। ਕੰਚਨ ਕੀ ਮੁੰਦਰਿਕਾ ਸਹਾਏ ਸ਼ੁਦਰ ਆਂਗੁਰੀ ਮੈਂ ਜਦੋਂ ਮਹਾਰਾਜ ਉੱਧਰ ਗਏ ਐ ਤੇ ਸਤਿਗੁਰੂ ਜੀ ਦੀ ਜਿਹੜੇ ਹੱਥ ਦੀ ਚੀਂਜੀ ਹੈ, ਚੀਂਜੀ ਵਿੱਚ ਸੋਨੇ ਦੀ ਮੁੰਦਰਕਾ ਬੜੀ ਸੱਜ ਰਹੀ ਸੀ, ਸੋਭਨੀਕ ਹੋ ਰਹੀ ਸੀ। ਲੋਟਾ ਹੱਥ ਲਿਏ ਉਪਕਾਰੀ ਜੇ ਸੁਭਾਏ ਕੇ ਹੱਥ ਵਿੱਚ ਲੋਟਾ ਲਿਆ ਹੋਇਆ ਸੀ, ਤੇ ਜਿਨ੍ਹਾਂ ਸਤਿਗੁਰਾਂ ਦਾ ਸੁੱਤੇ ਸੇਧੀ ਉਪਕਾਰੀ ਹੈ ਸੁਭਾਅ, ਜੋ ਸਤਿਗੁਰੂ ਜੀ ਉਪਕਾਰੀ ਪਰ ਉਪਕਾਰੀ ਗੁਰੂ ਪਿਆਰੇ, ਸੁੱਤੇ ਸੇਧੀ ਉਪਕਾਰੀ ਸਤਿਗੁਰੂ ਜੀ ਗਏ, ਹੱਥ ਵਿੱਚ ਲੋਟਾ ਲਿਆ ਹੋਇਆ ਹੈ। ਬੂਝਤ ਅਤੀਤ ਕੌਣ ਨਾਮ ਤੋ ਬਰਨ ਰੀਤ ਤੇ ਅਤੀਤ ਸਾਧੂ ਇਹ ਪੁੱਛਦਾ ਮਹਾਰਾਜ ਜੀ ਨੂੰ, ਆਪ ਜੀ ਦਾ ਨਾਮ ਕੀ ਹੈ, ਤੁਹਾਡੇ ਬਰਨ ਦੀ ਰੀਤੀ ਕੀ ਹੈ, ਜਾਤ ਦੀ ਰੀਤੀ ਮਰਿਆਦਾ ਕੀ ਹੈ? ਕਹ ਪਰ ਅਤੀਤ ਨਿਜ ਚੀਤ ਕੀ ਜਨਾਇਕਾ ਇਹ ਤੁਸੀਂ ਆਪਣੇ ਚਿੱਤ ਦੀ ਜਿਹੜੀ ਹੈ ਪ੍ਰਤੀਤੀ ਜਣਾਓ, ਆਪਣੇ ਚਿੱਤ ਦੀ ਜਿਹੜੀ ਪ੍ਰਤੀਤੀ ਜਣਾਓ ਕਿ ਵੀ ਤੁਸੀਂ ਕਿਸ ਤੇ ਭਰੋਸਾ ਕਰਦੇ, ਕਿਸ ਮਤ ਤੇ ਨਿਸ਼ਚਾ ਕਰਦੇ, ਦੱਸੋ ਸਾਰਾ। ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਣਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤਿਆਗੀ ਸੰਤ ਜੀ, ਨਾਮ ਸਾਡਾ ਨਾਨਕ ਹੈ, ਤੇ ਨਿਰੰਕਾਰ ਪਰਮੇਸ਼ਰ ਦਾ ਹੀ ਸਰੀਰ ਤੇ ਭੇਖ ਜਾਣ ਲਾ ਸਾਡੇ, ਭਾਵ ਜੋ ਨਿਰੰਕਾਰ ਪਰਮਾਤਮਾ ਨੇ ਭੇਖ ਦਿੱਤਾ ਸਰੀਰ ਤੇ ਉਹੀ ਧਾਰਨ ਕੀਤਾ। ਅਸੀਂ ਤੁਹਾਡੇ ਵਾਂਗ ਜਿਵੇਂ ਜੜਾਵਾਂ ਹੁੰਦੀਆਂ ਬੋੜ ਦਾ ਦੁੱਧ ਲਾ ਕੇ ਵਧਾਈਆਂ ਹੋਈਆਂ, ਉਹ ਨਹੀਂ ਵਧਾਈਆਂ ਹੋਈਆਂ, ਜਾਂ ਜਿਵੇਂ ਸੰਨਿਆਸੀ ਮੁੰਡਨ ਕਰ ਲੈਂਦੇ ਉਹ ਨਹੀਂ ਕੀਤਾ ਹੋਇਆ। ਇਹ ਤੇ ਸਾਬਤ ਸੂਤ ਰੱਬ ਦੀ
ਜੋ ਨਿਰੰਕਾਰ ਪਰਮੇਸ਼ਰ ਨੇ ਸਰੀਰ ਦੇ ਭੇਖ ਦਿੱਤਾ ਉਹੀਓ ਧਾਰਨ ਕੀਤਾ ਜਾਣ। ਖੱਤਰੀ ਕੀ ਜਾਤ ਗੋਤ ਬੇਦੀ ਮਮ ਜਾਣੀਏ। ਖੱਤਰੀ ਜਿਹੜੀ ਸਾਡੀ ਜਾਤ ਹੈ ਤੇ ਬੇਦੀਆਂ ਦਾ ਗੋਤ ਬੰਸੈ ਸਾਡਾ ਜਾਣ ਲਈਏ। ਕਹਿ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ। ਉਸ ਵੇਲੇ ਸੰਤ ਸਾਧੂ ਜੇ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਆਪਣੇ ਆਪ ਹੀ ਨਿਰੰਕਾਰੀ ਬਣੀ ਬੈਠੇ ਹੋਏ ਹੋ। ਉੱਤਰ ਬਤਾਏ ਹਮ ਕੌਣ ਤੇ ਪ੍ਰਮਾਨੀਏ। ਸਾਨੂੰ ਉੱਤਰ ਦੱਸੋ ਇਸ ਦਾ ਪ੍ਰਮਾਣ ਸਬੂਤ ਕੀ ਹੈ ਤੁਹਾਡੇ ਪਾਸ? ਕਿਹੜਾ ਪ੍ਰਮਾਣ ਮੰਨੀਏ ਅਸੀਂ ਕਿ ਤੁਸੀਂ ਨਿਰੰਕਾਰੀ ਹੀ ਹੋ? ਰਾਵਰ ਤੋ ਸੰਤ ਰੂਪ ਮਤ ਹੈ ਅਨੂਪ ਸ਼ੁਭ। ਮਹਾਰਾਜ ਕਹਿੰਦੇ ਵੀ ਆਪ ਤੇ ਜੀ ਸੰਤ ਰੂਪ ਉਪਮਾ ਤੋਂ ਰਹਿ ਤੁਹਾਡਾ ਚੰਗਾ ਮਤ ਹੈ। ਭਏ ਨਿਰੰਕਾਰੀ ਹੂੰ ਕੇ ਭੇਦ ਨਾ ਪਛਾਨੀਏ। ਜਿਵੇਂ ਆਪ ਜੀ ਨਿਰੰਕਾਰ ਦੇ ਸੰਤ ਹੋਏ ਹੋ ਜਾਂ ਨਿਰੰਕਾਰ ਰੂਪ ਹੋਏ ਪਏ ਹੋ, ਭੇਦ ਨਹੀਂ ਪਛਾਣਿਆ ਜਾਂਦਾ। ਇਸੇ ਤਰ੍ਹਾਂ ਅਸੀਂ ਨਿਰੰਕਾਰ ਰੂਪ ਹੋਏ ਆ, ਭੇਦ ਨਹੀਂ ਪਛਾਣ ਸਕਦਾ ਕੋਈ। ਆਸੇ ਕਹਿ ਵਾਕ ਲੀਨੀ ਕਰ ਤੇ ਉਤਾਰ ਛਾਪ। ਇਹ ਸਾਧੂ ਦੇ ਮਨ 'ਚ ਇੱਛਾ ਸੀ ਵੀ ਜੇ ਸੱਚਮੁੱਚ ਹੀ ਨਿਰੰਕਾਰ ਰੂਪ ਹੈ ਤੇ ਇਹ ਆਪਣੀ ਮੁੰਦਰੀ ਜਿਹੜੀ ਲਾ ਕੇ ਮੈਨੂੰ ਦੇ ਦੇਣ, ਆ ਲੋਟਾ ਜਿਹਾ ਵੀ ਦੇ ਦੇਣ। ਤੇ ਸਤਿਗੁਰ ਜੀ ਦੇ ਮਨ ਦੀ ਇੱਛਾ ਜਾਣ ਕੇ ਐਸਾ ਕਹਿ ਕਰਕੇ ਬਚਨ ਵਾਕ ਤੇ ਜਿਹੜੀ ਹੱਥ ਤੋਂ ਮੁੰਦਰੀ ਛਾਪ ਉਤਾਰ ਲਈ ਹੈ। ਲੋਟੇ ਕੇ ਸਮੇਤ ਤਾਹੇ ਦੀਨੀ ਸੁਖ ਦਾਨੀਏ। ਜੋ ਸੁੱਖਾਂ ਦਾ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਲੋਟੇ ਦੇ ਸਮੇਤ ਉਹ ਸਾਧੂ ਨੂੰ ਦੇ ਦਿੱਤੀ ਮੁੰਦਰੀ ਤੇ ਲੋਟਾ। ਕਹੇ ਪੁਨ ਸੰਤ ਹਮੈ ਪਹੁੰਚੀ ਸੋ ਲਿਹੋ ਅਬ। ਇਹ ਸੰਤ ਕਹਿਣ ਲੱਗੇ ਐ ਫਿਰ ਵੀ ਗੁਰੂ ਨਾਨਕ ਸਾਹਿਬ ਸਾਨੂੰ ਪਹੁੰਚ ਗਈ ਹੈ ਮਹਾਤਮਾ ਜੀ, ਇਹ ਤੁਸੀਂ ਆਪਣੀ ਅੰਗੂਠੀ ਦੇ ਜਿਹੜਾ ਲੋਟਾ ਲੈ ਲਓ। ਨਹੀਂ ਮੋਹਿ ਕਾਮ ਨਿਜ ਧਾਮ ਲਸ ਦਾਈਏ। ਸਾਡੇ ਕਿਸੇ ਕੰਮ ਨਹੀਂ ਹੈ, ਇਸ ਕਰਕੇ ਗੁਰੂ ਨਾਨਕ ਸਾਹਿਬ ਆਪਣਾ ਲੋਟਾ ਦੇ ਮੁੰਦਰੀ ਲੈ ਕੇ ਘਰੇ ਨੂੰ ਚਲ ਜਾਈਏ। ਏਕ ਬਾਰ ਦੇ ਕਰ ਤਾਹੇ ਕੋ ਸੋ ਲਹਿ ਹਮ। ਮਹਾਰਾਜ ਕਹਿੰਦੇ ਵੀ ਇੱਕ ਵਾਰ ਅਸੀਂ ਦੇ ਕਰਕੇ ਕੋਈ ਵਸਤੂ ਫਿਰ ਉਸੇ ਤੋਂ ਅਸੀਂ ਵਾਪਸ ਲੈ ਲਈਏ। ਦੇਤ ਕਰ ਲੇਤ ਜਾਨ ਧਰਮ ਲਜਾਈਏ। ਜਿਹੜਾ ਆਪਣੇ ਹੱਥੋਂ ਦੇ ਕੇ ਤੇ ਫਿਰ ਉਹ ਵਸਤੂ ਵਾਪਸ ਲੈ ਲੈਂਦਾ ਹੈ ਉਹਦੇ ਧਰਮ ਨੂੰ ਲੱਜਿਆ ਹੈ, ਉਹ ਆਪਣੇ ਧਰਮ ਨੂੰ ਲੱਜਿਤ ਕਰ ਲੈਂਦਾ ਹੈ। ਉਹ ਧਰਮ ਵਿੱਚ ਪੱਕਿਆ ਨਹੀਂ ਰਹਿ ਜਾਂਦਾ। ਜਿਹੜਾ ਕਿਸੇ ਨੂੰ ਦਾਨ ਪੁੰਨ ਕਰਕੇ ਫਿਰ ਵਾਪਸ ਲੈ ਲਵੇ ਉਹਦੇ ਸ਼ਰਮਿੰਦਾ ਹੁੰਦਾ ਹੈ। ਹੋਏ ਕੈ ਪਰੇਸ਼ਾਨ ਸੰਤ ਕਹਿਤ ਪਰੇਸ਼ਾਨ ਵੇਖ। ਸੰਤ ਜਿਹੜੇ ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਤੁਸੀਂ ਤੇ ਗੁਪਤ ਰੂਪ ਭੇਖ ਵਿੱਚ ਗੁਪਤ ਰੂਪ ਹੀ ਹੋ ਰਹੇ ਹੋ। ਲੇਤ ਕਰ ਤਾਰ ਸੁਧ ਐਸੇ ਜਾਣ ਪਾਈਏ। ਅਸਾਂ ਨੇ ਤੇ ਐਸਾ ਹੀ ਜਾਣ ਪਾਇਆ ਵੀ ਜੋ ਕਰਤਾਰ ਪਰਮੇਸ਼ਰ ਹੈ ਉਹੀਓ ਸਾਡੇ ਵਰਗੇ ਸਾਧੂਆਂ ਦੀ ਖਬਰਾਂ ਸਾਰਾ ਲੈਂਦਾ ਹੈ। ਸੰਤ ਤਬ ਚੱਲਿਓ ਗਇਓ ਨਾਨਕ ਸਦਨ ਆਇਓ। ਸੰਤ ਤਦੋਂ ਜਿਹੜਾ ਆਪਣੇ ਵਾਪਸ ਚਲਿਆ ਗਿਆ ਜਿੱਥੋਂ ਆਏ ਸੀ, ਇੱਧਰ ਗੁਰੂ ਨਾਨਕ ਸਾਹਿਬ ਜੀ ਘਰ ਨੂੰ ਆ ਗਏ ਹੈ। ਸੁੰਦਰ ਬਦਨ ਨਿਜ ਸਿੱਖ ਸੁਖਦਾਈਏ। ਜੋ ਸਿੱਖਾਂ ਦੇ ਸੁਖਦਾਈ ਹੈ, ਗੁਰੂ ਸਾਹਿਬ ਜੀ ਸਿੱਖਾਂ ਨੂੰ ਸੁਖ ਦੇਣ ਵਾਲੇ ਹੈ ਆਪਣਿਆਂ ਨੂੰ, ਤੇ ਜਿਨ੍ਹਾਂ ਦਾ ਸੋਹਣਾ ਮੁਖ ਹੈ। ਕਾਲੂ ਕਰ ਦੇਖ ਕਹਿ ਕੋਪ ਮੈਂ ਬਸੇਖ। ਇੱਧਰ ਪਿਤਾ ਕਾਲੂ ਜੀ ਸਤਿਗੁਰ ਜੀ ਦਾ ਹੱਥ ਦੇਖ ਕੇ ਵੀ ਮੁੰਦਰੀ ਨਹੀਂ ਦਿਖ ਰਹੀ ਕਿਤੇ, ਬਹੁਤ ਸ਼ੇਸ਼ ਕਰਕੇ ਗੁੱਸੇ ਵਿੱਚ ਆਏ ਤੇ ਕਹਿਆ ਮੁਖ ਭਾਖ ਦੁਰ ਬਾਚ ਅਬ ਸਾਚ ਕਹੋ ਮੋਹਿ ਕੋ। ਮੁੱਖੋਂ ਜਿਹੜੇ ਖੋਟੇ ਬਚਨ ਕਹਿਣੇ ਸ਼ੁਰੂ ਕਰ ਦਿੱਤੇ, ਉਹ ਪੁੱਤਰਾ ਸੱਚ ਕਹਿ ਮੈਨੂੰ। ਲੋਟਾ ਤੈ ਗਵਾਏ ਛਾਪ ਦੀਨੀ ਕੌਣ ਜਾਏ ਸੁਤ। ਨਾਨਕ ਪੁੱਤਰਾ ਆ ਜਿਹੜੀ ਛਾਪ ਹੈ ਕਿਹਨੂੰ ਦੇ ਦਿੱਤੀ ਹੈ ਤੇ ਤੈਨੇ ਲੋਟਾ ਕਿੱਥੇ ਗਵਾਇਆ ਹੈ? ਸਦਾ ਦੁਖ ਦਾਏ ਮਤ ਆਵਤ ਨਾ ਤੋਹੇ ਕੋ। ਉਹ ਪੁੱਤਰ ਤੂੰ ਤੇ ਸਦਾ ਹੀ ਮੈਨੂੰ ਦੁੱਖ ਹੀ ਦੇਣ ਵਾਲਾ ਹੋਇਆ, ਤੈਨੂੰ ਕੋਈ ਅਕਲ ਮਤ ਆਉਂਦੀ ਨਹੀਂ ਹੈ ਥੋੜੀ ਬਹੁਤੀ। ਕਹਾਂ ਲੋ ਪੁਕਾਰੋ ਨਹਿ ਲੀਨ ਤੈ ਸਮਾਰੋ। ਕਿੱਥੋਂ ਤੱਕ ਮੈਂ ਪੁਕਾਰਾਂ ਫਰਿਆਦਾਂ ਕਰਾਂ,
ਤੂੰ ਜੋ ਲੈ ਲੈਂਦਾ ਹੈ ਬਾਅਦ ਵਿੱਚ ਸੰਭਾਲਦਾ ਹੀ ਨਹੀਂ ਹੈ। ਭਾਨ ਕੀਨ ਯਾ ਉਜਾਰਾ ਮੋਰ ਕਹਿਓ ਜੇ ਨਾ ਪੋਹੇ ਕੋ। ਕਹਿੰਦੇ ਆ ਵੀ ਇਉਂ ਤਾਂ ਤੂੰ ਮੇਰਾ ਘਰ ਹੀ ਜਿਹੜਾ ਜਾੜ ਦਿੱਤਾ ਹੈ, ਜਾੜ ਕੇ ਰੱਖ ਹੀ ਦਿੱਤਾ ਹੈ। ਮੇਰਾ ਕਿਹਾ ਤੇ ਤੈਨੂੰ ਕੋਈ ਪੁੰਦਾ ਲੱਗਦਾ ਹੀ ਨਹੀਂ ਹੈ, ਮੰਨਦਾ ਹੀ ਨਹੀਂ ਹੈ ਕੁਝ ਵੀ। ਇੱਛਾ ਜਹਾਂ ਜਈਐ ਹਮ ਧਾਮ ਹੂੰ ਨਾ ਆਈਐ। ਇੰਨਾ ਗੁੱਸਾ ਆਇਆ, ਕਹਿ ਦਿੱਤਾ ਸਿੱਧਾ ਹੀ ਵੀ ਜਿੱਥੇ ਤੁਹਾਡੀ ਇੱਛਾ ਨਾ ਹੈ ਨਾਨਕ ਪੁੱਤਰ ਉੱਥੇ ਚਲੇ ਜਾਈਏ, ਮੇਰੇ ਘਰ ਨਾ ਮੁੜ ਕੇ ਆਈਏ ਵਾਪਸ। ਨਿਜ ਖਈਐ ਜੋ ਕਮਈਐ ਕਹਿਓ ਹਿਰਦੈ ਭਰ ਸੋਹੇ ਕੋ। ਬਹੁਤ ਗੁੱਸਾ ਜਿਹੜਾ ਹਿਰਦੇ ਵਿੱਚ ਭਰ ਕੇ ਕਿਹਾ ਹੈ, ਆਪਣੀ ਕਮਾਈ ਕਰੀਏ, ਜੋ ਕਮਾਈ ਕਰੀਏ ਉਹ ਆਪਣਾ ਖਾਈਏ, ਭਾਵ ਆਪੇ ਕਮਾ ਤੇ ਆਪੇ ਖਾ, ਮੇਰੇ ਘਰ ਨਾ ਵਾਪਸ ਆਈਏ। ਛੋਡੀ ਜੋ ਕਮਾਈ ਤੇਰੀ ਦੇਣੀ ਤੈਂ ਗਵਾਏ ਮੇਰੀ। ਪੁੱਤਰਾ ਮੈਂ ਤੇਰੀ ਕਮਾਈ ਛੱਡ ਦਿੱਤੀ ਹੈ, ਆਸ ਤੇਰੀ ਲਾ ਦਿੱਤੀ ਹੈ, ਤੂੰ ਤੇ ਸਗੋਂ ਮੇਰੀ ਕਮਾਈ ਜਿਹੜੀ ਗਵਾ ਦਿੱਤੀ ਹੈ। ਬਨਜ ਬਿਹਾਰ ਕੀ ਨਾ ਮਤ ਤੇਰੇ ਪਾਸ ਹੈ। ਇਹ ਵਣਜ ਵਪਾਰ ਕਰਨਾ, ਇੱਕ ਥਾਂ ਤੋਂ ਸੌਦਾ ਲੈ ਕੇ ਦੂਜੇ ਥਾਂ ਵੇਚਣਾ, ਇਹ ਵਿਹਾਰ ਦੀ ਤੇ ਜਿਹੜੀ ਅਕਲ ਮਤ ਤੇਰੇ ਪਾਸ ਥੋੜੀ ਬਹੁਤ ਵੀ ਨਹੀਂ ਹੈਗੀ। ਤੂੰ ਸ਼ਨੀ ਕਰਤ ਹਾਂ ਹੂੰ ਬੋਲਤ ਖਪਤ ਨਿਤ। ਤੂਸ਼ਨੀ ਕਰਤ ਇਕੱਠਾ ਪਾਠ ਹੈ। ਜਿਹੜਾ ਮੈਂ ਹਮੇਸ਼ਾ ਬੋਲਦਾ ਖਪਦਾ ਰਹਿੰਦਾ ਤੇ ਤੂੰ ਜਿਹੜਾ ਚੁੱਪ ਕਰਕੇ ਬੈਠਾ ਰਹਿੰਦਾ ਹੈ। ਮਾਨਤ ਨਾ ਬਾਤ ਕਿਦੋਂ ਦੁੱਖ ਹੀ ਕੀ ਰਾਸ ਹੈ। ਮੇਰਾ ਪਿਓ ਦਾ ਤੇ ਇੱਕ ਬਚਨ ਨਹੀਂ ਮੰਨਦਾ, ਅਥਵਾ ਤੂੰ ਤੇ ਦੁੱਖਾਂ ਦੀ ਖਾਣ ਰਾਸ ਪੂੰਜੀ ਮੈਨੂੰ ਮਿਲ ਗਿਆ ਹੈ। ਰਾਏ ਸੰਗ ਧਾਏ ਜਾਏ ਕਹਿਓ ਕਾਹੂ ਭੇਦ ਸਭ। ਇੱਧਰ ਕੋਈ ਮਨੁੱਖ ਵੇਂਦਾ ਸੀ ਰੌਲਾ ਪੈਂਦੇ ਨੂੰ, ਉਸ ਮਨੁੱਖ ਨੇ ਜਾ ਕੇ ਰਾਏ ਬਲਾਰ ਦੇ ਨਾਲ ਦੌੜ ਕੇ ਸਾਰਾ ਕੁਝ ਜਾ ਕਿਹਾ ਹੈ। ਕਾਲੂ ਕੋ ਬੁਲਾਏ ਰਾਏ ਲੀਨ ਤਬ ਆਸ ਹੈ। ਇੱਧਰ ਰਾਏ ਬਲਾਰ ਨੇ ਪਿਤਾ ਕਾਲੂ ਜੀ ਨੂੰ ਬੜੀ ਛੇਤੀ ਉੱਥੇ ਝਟਪਟ ਹੀ ਬੁਲਾ ਲਿਆ ਕੋਲ। ਕਹਾ ਤੋਹਿ ਭਇਓ ਨਹ ਮਨ ਕਿਮ ਕਹਿਓ। ਉਹ ਜਾ ਕੇ ਜਦੋਂ ਗਏ ਆ ਪਿਤਾ ਕਾਲੂ ਜੀ ਸਾਹਮਣੇ, ਕਹਿੰਦੇ ਉਹ ਕਲਿਆਣ ਚੰਦ ਤੈਨੂੰ ਕੀ ਹੋ ਗਿਆ ਹੈ, ਤੂੰ ਤੇ ਕਿਵੇਂ ਵੀ ਕਿਹਾ ਮੰਨਦਾ ਨਹੀਂ ਹੈ ਕਿਸੇ ਦਾ। ਬਹੁ ਪ੍ਰਾਕ ਸਮਝਿਓ ਤੇਰੋ ਗਇਓ ਵਿਸ਼ਵਾਸ ਹੈ। ਬਹੁਤ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਹੈ, ਤੇਰੇ ਤੋਂ ਤੇ ਮੇਰਾ ਵਿਸ਼ਵਾਸ ਹੀ ਚਲਾ ਗਿਆ, ਤੂੰ ਮੰਨਦਾ ਨਹੀਂ ਹੈ, ਨਾ ਮੰਨੇਗਾ ਹੀ ਲੱਗਦਾ। ਦੋਹਰਾ ਪੱਥਰ ਤੇ ਨਿਠਰੋ ਅਧਿਕ। ਇਹ ਕਲਿਆਣ ਚੰਦ ਤੂੰ ਤੇ ਪੱਥਰ ਤੋਂ ਵੀ ਜਿਹੜਾ ਕਰੜਾ ਸਖਤ ਹੈ ਬਹੁਤਾ। ਜਲ ਮਮ ਬਾਚ ਕਿਮ ਭੇਦ। ਤੇਰਾ ਜਿਹੜਾ ਹਿਰਦਾ ਉਹ ਤੇ ਪੱਥਰ ਤੋਂ ਵੀ ਕਰੜਾ ਸਖਤ ਹੈ, ਮੇਰੇ ਬਚਨ ਜਲ ਵਾਂਗ ਹੈ, ਉਹ ਤੇਰੇ ਪੱਥਰ ਹਿਰਦੇ ਨੂੰ ਕਿਵੇਂ ਵਿੰਨ ਕੇ ਰੱਖ ਦੇਣ। ਨਾਨਕ ਕਦਲੀ ਕੋ ਮਲੰ। ਗੁਰੂ ਨਾਨਕ ਸਾਹਿਬ ਜਿਵੇਂ ਕੋਮਲ ਕੇਲੇ ਦਾ ਬ੍ਰਿਸ਼ ਹੁੰਦਾ, ਵੇ ਕੋਮਲ ਸੁਭਾਅ ਦੇ ਕੋਮਲ ਹਨ। ਪੌਣ ਜਿਵੇਂ ਦੇਖੇ ਦਾ। ਹਵਾ ਜਿਵੇਂ ਕਮਲ ਦੇ ਬ੍ਰਿਸ਼ ਨੂੰ ਦੁੱਖ ਦਿੰਦੀ ਹੈ, ਜਿਵੇਂ ਤੂੰ ਜਿਹੜਾ ਕਲਿਆਣ ਚੰਦ ਪੌਣ ਵਰਗਾ ਹੈ। ਗੁਰੂ ਨਾਨਕ ਸਾਹਿਬ ਕਮਲ ਵਰਗੇ ਕੋਮਲ ਨੂੰ ਬੜਾ ਦੁੱਖ ਦਿੰਦਾ ਹੈ। ਸਵਈਆ ਨਾਨਕ ਤਾਤ ਕਹੀ ਤਬ ਬਾਤ। ਗੁਰੂ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਜੀ ਨੇ ਉਸ ਵੇਲੇ ਰਾਏ ਬਲਾਰ ਨਾਲ ਐਸੀ ਗੱਲ ਕਹੀ। ਸੁਨਾ ਕਰ ਛਾਪ ਹੁਤੀ ਸੁਧ ਨਾਹੀ। ਕਹਿਣ ਲੱਗਾ ਰਾਏ ਬਲਾਰ ਜੀ ਸੁਣੋ, ਇਹਨਾਂ ਦੇ ਹੱਥ ਵਿੱਚ ਛਾਪ ਹੈ ਸੀ, ਹੁਣ ਇਹਨਾਂ ਨੂੰ ਕੋਈ ਖਬਰ ਹੀ ਨਹੀਂ ਹੈ ਵੀ ਕਿੱਥੇ ਹੈ ਛਾਪ। ਜਾਣਤ ਨਾਹੇ ਨਾ ਕਾਹੇ ਕਰੀ। ਮੈਂ ਨਹੀਂ ਜਾਣਦਾ ਵੀ ਇਹਨਾਂ ਛਾਪ ਦਾ ਕੀ ਕੀਤਾ ਹੈ। ਕਿਹ ਗੇਰ ਦਈ ਕੇ ਦਈ ਕਿਸ ਪਾਹੀ। ਵੀ ਕਿਸੇ ਪਾਸੇ ਸੁੱਟ ਦਿੱਤੀ ਹੈ ਜਾਂ ਕਿਸੇ ਨੂੰ ਦੇ ਦਿੱਤੀ ਹੈ, ਦਾਨ ਕੀਤੀ ਹੈ। ਹਾਂ ਅਨੁਮਾਨ ਤੇ ਜਾਣਤ ਹਾਂ ਮਨ। ਬਾਕੀ ਰਾਏ ਬਲਾਰ ਜੀ ਪੱਕੀ ਗੱਲ ਮੈਂ ਮਨ ਵਿੱਚ ਅਨੁਮਾਨ ਲਾ ਕਿਵੇਂ ਜਾਣਦਾ ਹਾਂ। ਗੋਸ਼ਟੀ ਨਿੰਤ ਫਕੀਰਨ ਕਾਹੀ। ਇਹਨਾਂ ਦੀ ਕਿਸੇ ਨਾ ਕਿਸੇ ਫਕੀਰ ਨਾਲ ਹਮੇਸ਼ਾ ਗੋਸ਼ਟੀ ਮੇਲ ਮਿਲਾਪ ਹੁੰਦਾ ਹੀ ਰਹਿੰਦਾ ਹੈ। ਦੇ ਤਿਨ ਕੋ ਨਾ ਬਤਾਵਤ ਹੈ। ਤੇ ਉਹਨਾਂ ਨੂੰ ਇਹ ਫਕੀਰਾਂ ਨੂੰ ਦੇ ਦਿੱਤੀ ਹੈ ਛਾਪ, ਤੇ ਹੁਣੇ ਵੀ ਦੱਸਦਾ ਨਹੀਂ ਹੈ। ਪੁਨ ਤੂਸ਼ਣ ਧਾਰਤ ਹੈ ਮੁਖ ਮਾਹੀ। ਉਹਨਾਂ ਸੰਤਾਂ ਫਕੀਰਾਂ ਨੂੰ ਜੋ ਹੁੰਦਾ ਦੇ ਦਿੰਦਾ, ਫਿਰ ਦੱਸਦਾ ਨਹੀਂ ਹੈ।
ਤੇ ਮੁਖ ਵਿੱਚ ਜਿਹੜੀ ਚੁੱਪ ਧਾਰੀ ਰੱਖਦਾ, ਚੁੱਪ ਕੀਤਾ ਰਹਿੰਦਾ ਹੈ। ਹਾਂ ਕਹਿਤੇ ਜੇ ਕਮਾਏ ਕੈ ਆਨਤ, ਰਾਏ ਬਲਾਰ ਜੀ, ਜੇ ਕਿਸੇ ਪਾਸਿਓਂ ਮੈਂ ਕਮਾ ਕੇ ਲਿਆਉਂਦਾ ਹਾਂ, ਖੂਬਤ ਹੈ ਨਾ ਵਿਚਾਰ ਕਰਾਹੀ। ਵਿਚਾਰੀ ਨਹੀਂ ਇਹ ਕਰਦੇ, ਸੋ ਗਵਾ ਦਿੰਦੇ ਵੀ ਘਰ ਦਾ ਨੁਕਸਾਨ ਇਹ ਸੋਚਦੇ ਹੀ ਨਹੀਂ ਹੈ। ਜੋ ਇਸ ਬਿਆਸ ਸਮਾਨ ਹੋਤੇ, ਵੇਖੋ ਨਾ ਜੋ ਆਪਣੇ ਤਲਵੰਡੀ ਨਗਰ ਵਿੱਚ ਇਸ ਦੇ ਬਰਾਬਰ ਦੇ ਹਨ। ਘਰ ਕਾਰ ਸੰਭਾਰ ਲਈ ਸਭ ਤਾਹੀ, ਉਹਨਾਂ ਸਭ ਬੱਚਿਆਂ ਨੇ ਘਰ ਦੀ ਸਾਰੀ ਜਿਹੜੇ ਕੰਮਕਾਰ ਸੰਭਾਲ ਲਏ ਐ। ਘਰ ਦੇ ਕੰਮਕਾਰ ਸਾਰੇ ਕਰਦੇ ਉਹ ਸਿਆਣੇ ਹੋ ਕੇ। ਔਰ ਨਾ ਜਾਣਤ ਕਾਜ ਕਛੂ ਇਹ ਤੇ ਕਿ ਮੈਂ ਤੇ ਸਿੱਧਾ ਹੀ ਕਹਿਣਾ ਵੀ ਹੋਰ ਤੇ ਕੋਈ ਕੰਮ ਜਾਣਦਾ ਨਹੀਂ ਹੈ ਕੁਛ। ਦੇਵਨ ਕੋ ਸਭ ਤੇ ਸਰਸਾਹੀ, ਤੇ ਦੇਵਨ ਵਿੱਚ ਚੀਜ਼ਾਂ ਕਰਦੀਆਂ ਸਭ ਤੋਂ ਵੱਧ ਹੈ, ਆਪਣੇ ਆਪ 'ਚ ਰਾਜਾ ਬਣੀ ਬੈਠਾ ਹੈ। ਖਟ ਨਾ ਚਾਹਤ ਮੈਂ ਇਹ ਕੀ ਕਬ, ਮੈਂ ਤੇ ਅੱਜ ਕੋਈ ਗੱਲ ਨਿਬੇੜਦਾ ਰਾਏ ਬਲਾਰ ਜੀ, ਸਿੱਧੀ ਕਹਿਣਾ ਵੀ ਇਹਦੀ ਜਿਹੜੀ ਨਾਨਕ ਦੀ ਖੱਟੀ ਹੈ ਨਾ, ਮੈਂ ਨਹੀਂ ਕਦੀ ਚਾਹੁੰਦਾ। ਆਪ ਕਮਾਏ ਕੈ ਆਪ ਹੀ ਖਾਹੀ, ਇਹ ਆਪ ਕਮਾਵੇ ਤੇ ਆਪ ਹੀ ਖਾਈ ਜਾਵੇ, ਆਪੇ ਵੱਟੇ ਆਪੇ ਖਾਵੇ, ਮੈਂ ਨਹੀਂ ਇਹਦੀ ਖੱਟੀ ਚਾਹੁੰਦਾ। ਰਾਏ ਜੀ ਮੋਹੇ ਗੁਨਾਹੇ ਵਿਚਾਰ ਹੋ, ਰਾਏ ਬਲਾਰ ਜੀ ਤੁਸੀਂ ਸਿਆਣੇ ਹੋ, ਮੇਰਾ ਵੀ ਤੁਸੀਂ ਮੇਰੇ ਵਾਸਤੇ ਵੇਖੋ ਨਾ, ਮੇਰਾ ਗੁਨਾਹ ਕੋਈ ਹੈਗਾ ਤੇ ਵਿਚਾਰ ਵੀ ਕੀ ਗੁਨਾਹ ਹੈ। ਕੋ ਲਗ ਹੋਏ ਨਿਬਾਹਕ ਯਾਹੀ, ਕਿੱਥੋਂ ਤੱਕ ਮੇਰਾ ਇਹਨਾਂ ਨਾਲ ਨਿਭਾਅ ਹੋਏਗਾ। ਹਾਂ ਮਰਹਾਂ ਤਬ ਕਿਉਂ ਨਿਭੈ, ਜਦੋਂ ਮੈਂ ਮਰ ਜਾਵਾਂਗਾ ਕਿਵੇਂ ਨਿਭੇਗੀ ਗੁਰੂ ਨਾਨਕ ਪੁੱਤਰ ਦੀ। ਅਬ ਬੈਸ ਜਵਾ ਨਹਿ ਕਾਰ ਕਮਾਹੀ, ਬੈਸ ਜਵਾ ਕਹਿੰਦੇ ਵੀ ਹੁਣ ਤੇ ਉਮਰ ਜਵਾਨ ਵਾਲੀ ਜਵਾਨ ਹੈ ਤੇ ਹੁਣ ਹੀ ਨਹੀਂ ਇਹ ਕੰਮ ਕਰਦਾ, ਕਿਵੇਂ ਨਿਭੇਗੀ ਜਦੋਂ ਮੈਂ ਮਰ ਗਿਆ। ਰਾਏ ਬਲਾਰ ਵਿਚਾਰ ਕਹੀ, ਰਾਏ ਬੁਲਾਰ ਨੇ ਵਿਚਾਰ ਕੇ ਗੱਲ ਕਹੀ ਹੈ। ਨੇਤਰਾਰ ਹੁਐ ਤਮਰੇ ਘਰ ਮਾਹੀ, ਕਹਿਣ ਲੱਗਾ ਵੀ ਵੇਖੋ ਕਲਿਆਣ ਚੰਦ ਜੀ, ਤੁਹਾਡੇ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ। ਨਾਨਕ ਕੋ ਅਬ ਧਾਮ ਜੈ ਰਾਮ, ਮੈਂ ਕਹਿਣਾ ਜੇ ਤੂੰ ਮੇਰੀ ਮੰਨੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ, ਜੋ ਸੁਲਤਾਨਪੁਰ ਜੈ ਰਾਮ ਹੈ ਤੇ ਇਹਨਾਂ ਦੇ ਵੱਡੇ ਭੈਣ ਨਾਨਕੀ ਜੀ, ਉਹਨਾਂ ਦੇ ਘਰ ਕਹਿਓ ਮਮ ਮਾਨ ਪਠਾਓ ਤਹਾਹੀ, ਮੇਰਾ ਤੂੰ ਬਚਨ ਕਹਿਆ ਹੋਇਆ ਮੰਨ ਤੇ ਇਹਨਾਂ ਨੂੰ ਉੱਥੇ ਹੀ ਭੇਜੋ ਸੁਲਤਾਨਪੁਰ। ਰਿਸ ਸਾਂਦਰ ਬਾਕ ਕਹਿ ਨਿਤ ਹੀ, ਕਿਉਂਕਿ ਕਾਲੂ ਤੇਰਾ ਜਿਹੜਾ ਸੁਭਾਅ ਚੰਗਾ ਨਹੀਂ ਹੈ, ਹਮੇਸ਼ਾ ਹੀ ਗੁੱਸੇ ਨਾਲ ਇਹਨਾਂ ਨੂੰ ਖੋਟੇ ਬਚਨ ਕਹਿੰਦਾ ਰਹਿੰਦਾ ਹੈ। ਦੁਖ ਨਾਨਕ ਰਾਂਝ ਸਦਾ ਘਰ ਮਾਹੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਰਹਿਣੇ ਕਰਕੇ ਤੈਨੂੰ ਸਦਾ ਹੀ ਦੁੱਖ ਹੈ, ਗੁੱਸਾ ਚੜਿਆ ਰਹਿੰਦਾ ਹੈ। ਨਹ ਮੇਲ ਬਨੈ ਤੁਮਰੋ ਉਨ ਕੋ, ਮੈਨੂੰ ਤੇ ਪਤਾ ਵੀ ਕਲਿਆਣ ਚੰਦ ਤੁਹਾਡਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਕਦੀ ਮੇਲ ਨਹੀਂ ਬਣ ਸਕਦਾ। ਜਿਮ ਪੂਰਬ ਪੱਛਮ ਦ્વੈ ਕਰ ਜਾਹੀ, ਕਿਉਂਕਿ ਤੇ ਉਹ ਗੱਲ ਹੈ ਜਿਵੇਂ ਇੱਕ ਚੜ੍ਹਦੇ ਨੂੰ ਜਾਂ ਇੱਕ ਲਹਿੰਦੇ ਨੂੰ ਜਾਵੇ, ਉਹ ਦੋ ਪੁਰਸ਼ ਜੋ ਇੱਕ ਲਹਿੰਦੇ ਚੜ੍ਹਦੇ ਨੂੰ ਜਾਂਦੇ, ਉਹਨਾਂ ਦਾ ਕਿਵੇਂ ਮੇਲ ਬਣੇ। ਭਾਵ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਹਨ, ਚੜ੍ਹਦੇ ਨੂੰ ਜਾਂਦੇ, ਤੂੰ ਲਹਿੰਦੇ ਨੂੰ ਜਾਂਦਾ ਹੈ। ਮਨ ਲੋਲਪਤਾ ਤਬ ਤਾਹੇ ਉਦਾਰਤ, ਤੇਰੇ ਮਨ ਵਿੱਚ ਲੋਭ ਹੈ, ਚੰਚਲਤਾ ਹੀ ਹੈ, ਉਹ ਸਖੀ ਦਾ ਤੇ ਉਹਨਾਂ ਦਾ ਮਨ ਸਖੀ ਦਾ ਹੈ। ਸੰਤ ਸੁਭਾਏ ਸਦਾ ਕਰਨਾ ਹੀ, ਗੁਰੂ ਨਾਨਕ ਸਾਹਿਬ ਸਦਾ ਹੀ ਸੰਤਾਂ ਵਾਲਾ ਸੁਭਾਅ ਤੇ ਕਿਰਪਾਲੂ ਦਿਆਲੂ, ਤੇ ਤੂੰ ਕੰਜੂਸ ਬੜਾ ਤਗੜਾ ਹੈ। ਪਨ ਸੇਵਕ ਭੇਜ ਬੁਲਾਏ ਕਹਿ ਨਾਨਕ, ਇਹ ਬਚਨ ਕਹਿ ਕੇ ਰਾਏ ਬਲਾਰ ਜੀ ਨੇ ਐਵੇਂ ਸੇਵਕ ਨੂੰ ਭੇਜਿਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਲਿਆ ਕੋਲ। ਪਾਸ ਬਸਾਏ ਕੈ ਸਾਦਰ ਪ੍ਰਾਹੀ, ਆਪਣੇ ਕੋਲ ਜੇ ਬਿਠਾ ਕੇ ਬੜਾ ਆਦਰ ਨਾਲ ਆਖਿਆ ਕਿਹਾ, ਦੋਹਰਾ ਪਤਿਆ ਮੈਂ ਲਿਖ ਦੇ ਹਾਂ, ਇਹ ਗੁਰੂ ਨਾਨਕ ਸਾਹਿਬ ਮੈਂ ਚਿੱਠੀ ਜਿਹੜੀ ਲਿਖ ਦੇਣਾ ਹਾਂ। ਜਾਵੋ ਪੁਰ ਸੁਲਤਾਨ, ਤੁਸੀਂ ਸੁਲਤਾਨਪੁਰ ਆਪਣੇ ਵੱਡੇ ਭੈਣ ਜੈ ਰਾਮ ਜੀ ਕੋ ਵੀ ਚਲੇ ਜਾਓ, ਪਰ ਚਹੋਗੇ ਸੁਖ ਪਾਏ ਹਾਂ। ਕਿਉਂਕਿ ਉੱਥੇ ਜਾ ਕੇ ਤੁਸੀਂ ਪਰਚ ਜਾਓਗੇ ਤੇ ਤੁਹਾਡੇ ਭਾਈਆ ਜੀ ਜੋ ਜੈ ਰਾਮ ਉਹ ਵੀ ਤੁਹਾਡੇ ਨਾਲ ਪਰਚ ਜਾਣਗੇ,
ਭੈਣ ਵੱਡੀ ਨਾਨਕੀ ਜੀ ਵੀ ਤੁਹਾਡੇ ਨਾਲ ਪਰਜ ਜਾਣਗੇ ਤੇ ਤੁਸੀਂ ਸੁਖ ਪਾਓਗੇ। ਕਾਲੂ ਕਲਹ ਨਿਦਾਨ। ਤੇ ਵੱਡੀ ਗੱਲ, ਤੁਹਾਡੇ ਪਿਤਾ ਕਾਲੂ ਜੀ ਦੀ ਜਿਹੜੀ ਲੜਾਈ ਹੈ ਉਹ ਵੀ ਮੁੱਕ ਜਾਏਗੀ, ਨਾਸ ਹੋ ਜਾਏਗੀ। ਸੋਰਠਾ ਇਹ ਬਿਦ ਕਹਿ ਕਰ ਰਾਏ। ਇਸ ਤਰ੍ਹਾਂ ਕਹਿ ਕਰਕੇ ਰਾਜੇ ਬੁਲਾਰ ਪਾਤੀ ਲਿਖੀ ਜਰਾਮ ਕੋ। ਜਿਹੜੀ ਚਿੱਠੀ ਪ੍ਰੇਮ ਪੱਤਰ ਕਾ ਭਾਈਆ ਜੈ ਰਾਮ ਜੀ ਨੂੰ ਲਿਖੀ ਹੈ, ਨਾਨਕ ਤੁਮ ਟਿਗ ਆਏ। ਉਹ ਚਿੱਠੀ ਵਿੱਚ ਲਿਖਿਆ ਵੀ ਗੁਰੂ ਨਾਨਕ ਸਾਹਿਬ ਖੁਦਾ ਰੂਪ ਤੁਹਾਡੇ ਕੋਲ ਆ ਰਹੇ ਆ। ਭਾਗ ਵੱਡੇ ਨਿਜ ਜਾਣੀਏ। ਤੂੰ ਆਪਣੇ ਵੱਡੇ ਭਾਗ ਜਾਣ ਵੀ ਜੋ ਸਰਬ ਕਲਾ ਸਮਰੱਥ ਖੁਦਾ ਆਪ ਵੀ ਤੇਰੇ ਪਾਸ ਆ ਰਿਹਾ, ਤੇਰੇ ਵੱਡੇ ਭਾਗ ਹੈ ਜੈ ਰਾਮਾ। ਭੁਜੰਗ ਛੰਦ ਜਿਤੀ ਸੇਵ ਹੋਵੇ ਕਰੋ ਆਪ ਜਾਂ ਕੀ। ਉਹ ਚਿੱਠੀ ਵਿੱਚ ਲਿਖਿਆ ਵੀ ਜਿੰਨੀ ਸੇਵਾ ਤੁਹਾਡੇ ਕੋਲ ਹੋਵੇ ਉਹ ਕਰੋ ਇਹਨਾਂ ਦੀ। ਲਿਖੀ ਰਾਏ ਐਸੇ ਭਇਓ ਪ੍ਰੇਮ ਸ਼ਾਕੀ। ਇਸ ਤਰ੍ਹਾਂ ਚਿੱਠੀ ਰਾਏ ਬੁਲਾਰ ਨੇ ਪ੍ਰੇਮ ਪੱਤਰਕਾਰ ਲਿਖੀ ਹੈ ਤੇ ਪ੍ਰੇਮ ਕਰਕੇ ਰਾਏ ਬੁਲਾਰ ਦਾ ਜਿਹੜਾ ਕੰਠ ਹੈ ਗਦਗਦ ਹੋ ਗਿਆ ਹੈ, ਕੰਠ ਰੁਕ ਗਿਆ ਹੈ, ਨੇਤਰਾਂ ਜਲ ਆ ਗਿਆ ਵੀ ਗੁਰੂ ਨਾਨਕ ਸਾਹਿਬ ਦੇ ਖੁਦਾ ਰੂਪ ਹੈ। ਮੈਂ ਇੱਥੇ ਦਰਸ਼ਨ ਕਰਦਾ ਰਹਿੰਦਾ ਸੀ, ਹੁਣ ਚਲੇ ਜਾਣਗੇ, ਵਿਛੋੜਾ ਹੋ ਜਾਏਗਾ, ਮੈਂ ਕਿਹਨਾਂ ਦਾ ਦਰਸ਼ਨ ਕਰਕੇ ਸਹਾਰਾ ਲਵਾਂਗਾ। ਇਹਨਾਂ ਦੇ ਦਰਸ਼ਨਾਂ ਵਿੱਚ ਹੀ ਬੜਾ ਸੁੱਖ ਹੈ। ਕਾਲੂ ਤੇ ਕੁਝ ਸਮਝਦਾ ਨਹੀਂ, ਇਹਨਾਂ ਦੇ ਪਿਤਾ ਤੇ ਬੜੀ ਕੀ ਕਰੀਏ, ਜੇ ਨਹੀਂ ਭੇਜਦੇ ਤੇ ਇੱਥੇ ਲੜਾਈ ਨਹੀਂ ਮੁੱਕਦੀ ਹੈ। ਐਵੇਂ ਪ੍ਰੇਮ ਵਿੱਚ ਕੰਠ ਗਦਗਦ ਹੋ ਗਿਆ ਵੀ ਸਤਿਗੁਰੂ ਜੀ ਦਾ ਵਿਛੋੜਾ ਹੋ ਜਾਣਾ ਮੇਰੇ ਨਾਲੋਂ। ਦਈ ਹਾਥ ਮੈਂ ਹੇਰ ਰੂਪੰ ਦਿਆਲਾ। ਐਵੇਂ ਕਹਿੰਦੇ ਹੈ ਭਾਈ ਬਾਲਾ ਜੀ ਵੀ ਦਇਆਲੂ ਕਿਰਪਾਲੂ ਸਤਿਗੁਰੂ ਨਾਨਕ ਸਾਹਿਬ ਜੀ ਜੋ ਮਹਾਨ ਹੈ, ਜੋ ਦਿਆਲਤਾ ਵਾਲਾ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਬੰਨੀ ਦੇਖ ਕੇ ਹੱਥ ਵਿੱਚ ਜਿਹੜੀ ਹੈ ਚਿੱਠੀ ਦੇ ਦਿੱਤੀ ਰਾਏ ਬੁਲਾਰ ਨੇ। ਬੁਲਾਇਓ ਮੁਝੇ ਸੰਗ ਦੇਨੇ ਕਿਰਪਾਲਾ। ਤੇ ਦਿਆਲੂ ਕਿਰਪਾਲੂ ਮਹਾਰਾਜ ਜੀ ਨਾਲ ਮੈਨੂੰ ਭੇਜਣ ਵਾਸਤੇ ਨਾਲ ਵੀ ਬਾਲੇ ਨੂੰ ਭੇਜਦੇ ਨੇ, ਨਾਲ ਇਹ ਨਾਲ ਹੀ ਰਹੇ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਮੈਨੂੰ ਭਾਈ ਬਾਲੇ ਨੂੰ ਰਾਏ ਬੁਲਾਰ ਨੇ ਉੱਥੇ ਬੁਲਾ ਲਿਆ ਕੋਲ। ਭਰਿਓ ਫੇਰ ਅੰਕੰ ਮੁਖੰ ਲੀਨ ਚੂਮੰ। ਸਤਿਗੁਰ ਜੀ ਨੂੰ ਭੇਜਣ ਤੋਂ ਪਹਿਲਾਂ ਤੇ ਗੱਲ ਵਕੜੀ ਵਿੱਚ ਫਿਰ ਭਰ ਲਿਆ, ਲੈ ਲਿਆ ਰਾਏ ਬੁਲਾਰ ਨੇ ਪ੍ਰੇਮ ਵਿੱਚ ਆ ਕੇ, ਤੇ ਮੁੱਖ ਜਿਹੜਾ ਚੁੰਮਣਾ ਕੀਤਾ, ਮੁੱਖ ਦੇ ਮਸਤਕ ਨੂੰ ਚੁੰਮਦਾ ਰਾਏ ਬੁਲਾਰ ਬਾਰ-ਬਾਰ। ਮੁਝਿਓ ਨਾਨ ਨੀਰੰ ਗਿਰੀ ਬੂੰਦ ਭੂਮੰ। ਨੇਤਰਾਂ ਤੋਂ ਜਿਹੜਾ ਜਲ ਛੁੱਟਿਆ ਹੈ ਤੇ ਨੇਤਰਾਂ ਵਿੱਚੋਂ ਜਿਹੜਾ ਜਲ ਹੈ ਉਹਦੀਆਂ ਬੂੰਦਾਂ ਧਰਤੀ ਉੱਪਰ ਡਿੱਗੀਆਂ ਹਨ। ਮਨੋ ਵਿਯੋਗ ਪੀਰੰ ਹਿਰਦੇ ਨਾ ਸਮਾਵਾ। ਮਾਨੋ ਕਿ ਜਿਹੜੀ ਵਿਛੋੜੇ ਦੀ ਪੀੜ ਹੈ ਨਾ ਬਹੁਤ ਜ਼ਿਆਦੀ ਹੋ ਗਈ, ਇਹ ਵਿਛੋੜਾ ਸਹਿਆ ਨਾ ਜਾਏ, ਵਿਛੋੜੇ ਦੀ ਪੀੜ ਸਹੀ ਨਹੀਂ ਜਾ ਰਹੀ, ਹਿਰਦੇ ਵਿੱਚ ਨਹੀਂ ਸਮਾ ਰਹੀ। ਜ਼ਖਮ ਦੁਆਰ ਅਮੇਯ ਬਾਹਯੰ ਸੋ ਆਵੈ। ਨੇਤਰਾਂ ਰੂਪੀ ਦਵਾਰ ਥਾਣੀ ਵਿਛੋੜੇ ਦੀ ਪੀੜ ਜਿਹੜੀ ਬਾਹਰ ਆ ਰਹੀ ਹੈ, ਅੰਦਰ ਨਹੀਂ ਸਮਾ ਰਹੀ। ਦਿਲਾਸੋ ਦਿਓ ਹੈ ਧਰਿਓ ਹਾਥ ਸੀਸੰ। ਫਿਰ ਬਹੁਤ ਦਿਲਾਸਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਤੁਸੀਂ ਜਾਓ, ਕੋਈ ਗੱਲ ਨਹੀਂ, ਆਪਾਂ ਮਿਲਦੇ ਗਿਲਦੇ ਰਵਾਂਗੇ, ਮਹਾਰਾਜ ਦਰਸ਼ਨ ਦਿੰਦੇ ਰਹਿਣਾ ਆਪਣੇ। ਤੇ ਸੀਸ ਉੱਪਰ ਹੱਥ ਧਰਿਆ ਰਾਏ ਬੁਲਾਰ, ਕਿਉਂਕਿ ਵੱਡੇ ਸਨ। ਵਿਦਾ ਕੀਨ ਪ੍ਰੀਤੰ ਬਹੁਤੀ ਸ਼ਤੀ ਸੰਗ। ਬਹੁਤ ਪ੍ਰੇਮ ਕਰਦੇ ਹੋਏ ਰਾਏ ਬੁਲਾਰ ਜੀ ਨੇ ਸਤਿਗੁਰੂ ਜੀ ਨੂੰ ਵਿਦਾ ਕੀਤਾ ਵੀ ਹੈ ਖੁਦਾ ਰੂਪ ਗੁਰੂ ਨਾਨਕ ਸਾਹਿਬ ਆਪ ਚਲੇ ਜਾਓ ਸੁਲਤਾਨਪੁਰ। ਗਏ ਧਾਮ ਮਾਤਾ ਮਿਲੀ ਅਸੁਰ ਡਾਰੀ। ਉੱਥੋਂ ਚੱਲ ਕਰਕੇ ਗੁਰੂ ਸਾਹਿਬ ਜੀ ਘਰ ਚਲੇ ਗਏ ਹੈ, ਮਾਤਾ ਜੀ ਮਿਲੇ ਹੈ, ਨੇਤਰਾਂ ਤੋਂ ਜਲ ਕੇਰ ਕੇ। ਵਿਧਾਤਾ ਗਤਨ ਨਾ ਲਖੀ ਜਾਏ ਨਿਆਰੀ। ਮਾਤਾ ਜੀ ਵਿਚਾਰਦੇ ਵੇਖੋ ਫਲ ਵਰਦਾਤਾ ਪਰਮੇਸ਼ਰ ਦੀ ਗਤ ਅਵਸਥਾ ਗਤੀ ਜਾਣੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਰਹੀ, ਨਿਆਰੀ ਹੈ ਉਹਦੀ ਗਤ ਅਵਸਥਾ। ਇਕੰਤਾਤ ਮੇਰੋ ਵਿਯੋਗੰ ਸੋ ਕੀਨੋ। ਤੇ ਵੇਖ ਲੋ ਇੱਕੋ ਇੱਕ ਹੀ ਪੁੱਤਰ ਹੈ ਸਾਡੇ ਗੁਰੂ ਨਾਨਕ ਸਾਹਿਬ, ਉਹਦਾ ਵਿਛੋੜਾ ਕਰ ਦਿੱਤਾ ਪਰਮੇਸ਼ਰ ਨੇ। ਨਾ ਦੇਵੰ ਸਹਾਰਿਓ ਨਾ ਦੇਖਨ ਦੀਨਾ। ਜੋ ਦੇਵ ਪ੍ਰਕਾਸ਼ ਰੂਪ ਪਰਮਾਤਮਾ ਨੇ ਸਹਾਰਿਆ ਨਹੀਂ ਹੈ, ਮਾਂ ਪਿਓ ਦਾ ਪ੍ਰੇਮ ਇਕੱਠ ਪੁਣਾ
ਤੇ ਹੁਣ ਦੇਖਣ ਵੀ ਨਹੀਂ ਦਿੱਤਾ, ਪਾਸੇ ਕਰ ਦਿੱਤਾ ਹੈ। ਭਰੇ ਅੰਕ ਮੈਂ ਸੀਸ ਸਵਾਸੰ ਨਿਆਕਾਰੇ। ਉਸ ਵੇਲੇ ਮਾਤਾ ਜੀ ਨੇ ਆਪਣੇ ਕੰਠ ਨਾਲ ਗੁਰੂ ਸਾਹਿਬ ਜੀ ਨੂੰ ਲਾ ਲਿਆ, ਗਲਵੱਕੜੀ ਵਿੱਚ ਲੈ ਲਿਆ, ਜਫੀ ਵਿੱਚ ਲਏ ਆ ਮਹਾਰਾਜ, ਤੇ ਠੰਡੇ ਠੰਡੇ ਜਿਹੜੇ ਹੌਕੇ ਉਹ ਭਰੇ ਐ। ਬੜੀ ਪੀਰ ਮਨ ਹੋਵੇ ਪ੍ਰਾਨ ਨਿਆਰੇ। ਮਾਨੋ ਕਿ ਇਹਦੇ ਵਿੱਚ ਬੜੀ ਪੀੜ ਜਿਹੜੀ ਵਧੀ ਹੈ, ਹੋਈ ਹੈ, ਪ੍ਰਾਣ ਹੀ ਵੱਖਰੇ ਹੋ ਗਏ। ਸਤਿਗੁਰੂ ਜੀ ਕਾਹਦਾ ਜੁਦਾ ਹੋਣ ਲੱਗੇ ਆ, ਮਨ ਪ੍ਰਾਣ ਹੀ ਨਿਆਰੇ ਵੱਖਰੇ ਹੋ ਗਏ, ਪ੍ਰਾਣ ਹੀ ਨਿਕਲ ਚੱਲੇ ਐ। ਕਹੋ ਤਾਤ ਤੇਰੇ ਬਿਨਾ ਕੈਸ ਜੀਵਾਂ। ਫਿਰ ਮਾਤਾ ਜੀ ਕਹਿੰਦੇ ਹੈ ਪੁੱਤਰ ਗੁਰੂ ਨਾਨਕ ਸਾਹਿਬ, ਪੁੱਤਰ ਜੀ ਤੁਹਾਡੇ ਬਿਨਾ ਮੈਂ ਮਾਤ ਕੈਸੇ ਜੀਵਾਂਗੀ, ਕਿਸ ਤਰ੍ਹਾਂ ਜੀਂਦੀ ਰਹਾਂਗੀ। ਸਹਿਓ ਜਾਏ ਨਾਹੀ ਬਿਖੈ ਘੋਰ ਪੀਵਾਂ। ਮੈਂ ਤੁਹਾਡਾ ਵਿਛੋੜਾ ਮੇਰੇ ਕੋ ਸਹਿਆ ਨਹੀਂ ਜਾਏਗਾ, ਮੈਂ ਜ਼ਹਿਰ ਘੋਲ ਕੇ ਪੁੱਤਰ ਪੀ ਲਵਾਂਗੀ, ਮਰ ਜਾਵਾਂਗੀ ਮਾਂ। ਕਿਆ ਮੈਂ ਨਿਹਾਰੋ ਸੋ ਪਾਛਾ ਇਕਾਕੀ। ਜਦੋਂ ਤੁਸੀਂ ਚਲੇ ਜਾਓਗੇ ਤੁਹਾਡੇ ਪਿੱਛੋਂ ਮੈਂ ਮਾਂ ਇਕੱਲੀ ਕਿਸ ਨੂੰ ਵੇਖਾਂਗੀ ਪੁੱਤਰ। ਹੁਤੋ ਸੋਨ ਏਕੋ ਸਮੀਪੰ ਨਾ ਤਾਂ ਕੀ। ਵੇਖ ਲਓ ਵੀ ਇੱਕੋ ਇੱਕ ਪੁੱਤਰ ਸੀ ਤੁਸੀਂ ਸਾਡੇ, ਉਹ ਵੀ ਸਾਡੇ ਕੋਲ ਨਹੀਂ ਰਹੇ। ਕਰੀ ਬੰਦਨਾ ਮਾਤ ਕੋ ਰੋਤ ਛੋਰੀ। ਇੰਨੇ ਨੂੰ ਸਤਿਗੁਰੂ ਜੋ ਸੰਸਾਰ ਮੋਹ ਤੋਂ ਵੀ ਉੱਪਰ ਹਨ, ਮਹਾਨ ਨਮਸਕਾਰ ਮਾਤਾ ਜੀ ਨੂੰ ਕੀਤੀ। ਮਾਤਾ ਜੀ ਨੂੰ ਵਿਰਾਗ ਕਰਦਿਆਂ ਹੀ ਛੱਡ ਦਿੱਤਾ ਹੈ। ਪਿਤਾ ਕੋ ਨਮੋ ਕੀਨ ਦੋ ਹਾਥ ਜੋਰੀ। ਪਿਤਾ ਜੀ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਸਖਾ ਕੋ ਮਿਲੇ ਜੋ ਹੁਤੇ ਬਾਲ ਪਿਆਰੇ। ਜੋ ਤਲਵੰਡੀ ਵਿੱਚ ਸਖੇ ਪਿਆਰੇ ਮਿੱਤਰ ਸਨ, ਜਿਹੜੇ ਬਾਲਕ ਪਿਆਰੇ ਭਾਵ ਛੋਟੇ ਛੋਟੇ ਨਾਲ ਰਹਿੰਦੇ ਰਹੇ, ਖੇਡਦੇ ਰਹੇ, ਉਹ ਵੀ ਆ ਕੇ ਮਿਲੇ ਹੈ ਸਤਿਗੁਰੂ ਜੀ ਨੂੰ। ਮੁਝੈ ਸੰਗ ਲੈ ਫੇਰ ਪੰਥੰ ਪਧਾਰੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਤਰ੍ਹਾਂ ਮਿਲ ਜੁਲ ਕੇ ਗੁਰੂ ਸਾਹਿਬ ਜੀ ਨੇ ਮੈਨੂੰ ਨਾਲ ਲੈ ਲਿਆ, ਫਿਰ ਸੁਲਤਾਨਪੁਰ ਦੇ ਰਾਹ ਵਿੱਚ ਚੱਲੇ ਐ। ਵਿਖਾ ਤੇ ਵਿਰਾਗੰ ਵਿਚਾਰੰ ਕਹਾਣੀ। ਜੋ ਵਿਸ਼ਿਆਂ ਤੋਂ ਵਿਰਾਗ ਕਰ ਦਵੇ, ਵਿਸ਼ਿਆਂ ਤੋਂ ਵਿਰਾਗੀ ਹੋ ਜਾਏ ਮਨ, ਤੇ ਸ੍ਰੇਸ਼ਟ ਵਿਚਾਰ ਆ ਜਾਏ, ਪ੍ਰਾਪਤ ਹੋ ਜਾਏ, ਐਸੇ ਜਿਹੜੇ ਬਚਨ ਹੈ ਕਹਾਣੀ ਕਥਾ ਵਾਲੇ। ਮਗੰ ਜਾਤ ਭਾਖੈ ਭਲੇ ਮੁਖ ਦਾਨੀ। ਮੁਕਤੀ ਦਾਤਾ ਸਤਿਗੁਰ ਜੀ ਚੰਗੇ ਜਿਹੜੇ ਹੈ ਤੇ ਚੰਗੇ ਬਚਨ ਐਸੇ ਵਿਸ਼ਿਆਂ ਤੋਂ ਵਿਰਾਗ ਕਰਨ ਵਾਲੇ, ਸ੍ਰੇਸ਼ਟ ਵਿਚਾਰ ਬਖਸ਼ਣ ਵਾਲੇ, ਰਸਤੇ ਵਿੱਚ ਜਾਂਦੇ ਜਾਂਦੇ ਕਹਿੰਦੇ ਆ ਸਤਿਗੁਰੂ ਜੀ। ਪੂਰੀ ਨੀਰਾਨੀ ਕਟੀ ਬਾਟ ਸਾਰੀ। ਐਵੇਂ ਸਾਰਾ ਜਿਹੜਾ ਰਸਤਾ ਸੁਲਤਾਨਪੁਰ ਨੂੰ ਜਾਣ ਵਾਲਾ ਉਹ ਮੁੱਕਾ ਹੈ, ਖਤਮ ਹੋਇਆ ਹੈ, ਤੇ ਸੁਲਤਾਨਪੁਰ ਨਗਰੀ ਨੇੜੇ ਹੀ ਆ ਗਈ ਹੈ। ਪਰਵੇਸ਼ੰ ਬਾਜ਼ਾਰੰ ਕੀਓ ਹੇਰ ਚਾਰੀ। ਜਿਹੜਾ ਇਸ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ, ਸੋਹਣਾ ਬਾਜ਼ਾਰ ਦੇਖਿਆ ਸਤਿਗੁਰਾਂ ਨੇ। ਗਏ ਧਾਮ ਜੈ ਰਾਮ ਬੇਦੀਨ ਰਾਈ। ਬੇਦੀਆਂ ਦੀ ਕੁਲ ਦੇ ਰਾਜਾ ਰੂਪ ਗੁਰੂ ਨਾਨਕ ਸਾਹਿਬ ਜੀ, ਜੋ ਭਾਈਆ ਜੈ ਰਾਮ ਜੀ ਹੈ, ਉਹਨਾਂ ਦੇ ਘਰ ਚਲੇ ਗਏ। ਤਬੈ ਨਾਨਕੀ ਸੋਦਰੀ ਦੇਖ ਧਾਈ। ਤਦੋਂ ਭੈਣ ਨਾਨਕੀ ਜੋ ਹੈ ਵੱਡੇ ਦੇਖ ਕੇ ਸਤਿਗੁਰੂ ਜੀ ਨੂੰ ਦੌੜੀ ਆਈ ਹੈ। ਉਬੈ ਪੈਰ ਪੈ ਆਨ ਕਾ ਸੀਸ ਧਾਰਿਓ। ਦੋਵੇਂ ਚਰਨਾਂ ਉੱਪਰ ਆਣ ਕੇ ਤੇ ਭੈਣ ਨਾਨਕੀ ਜੀ ਨੇ ਸੀਸ ਰੱਖਿਆ ਹੈ। ਦਇਆ ਆਨ ਯੋਂ ਦੇਖ ਬੈਨੰ ਉਚਾਰਿਓ। ਦਇਆ ਦੇ ਘਰ ਸਤਿਗੁਰੂ ਜੀ ਨੇ ਭੈਣ ਨੂੰ ਕਿ ਸਾਡੇ ਚਰਨਾਂ ਉੱਪਰ ਇਹਨਾਂ ਸੀਸ ਰੱਖ ਦਿੱਤਾ ਹੈ ਤੇ ਬਚਨ ਉਚਾਰਿਆ। ਵੱਡੀ ਸੋਦਰੀ ਮੋਹੇ ਤੇ ਬੈਸ ਤੇਰੀ। ਕਿਹਾ ਹੈ ਹੇ ਭੈਣ ਵੱਡੀ, ਭੈਣ ਨਾਨਕੀ ਤੁਸੀਂ ਮੇਰੇ ਤੋਂ ਵੱਡੇ ਹੋ, ਤੁਹਾਡੀ ਉਮਰ ਮੇਰੇ ਤੋਂ 3-4 ਸਾਲ ਵੱਡੀ ਹੈ। ਕਰੋ ਬੰਦਨਾ ਯੋਗਤਾ ਹੈ ਸੋ ਮੇਰੀ। ਇਸ ਕਰਕੇ ਵੀ ਮੱਥਾ ਜਿਹੜਾ ਟੇਕਣਾ ਹੈ ਵੀ ਬੰਦਨਾ ਕਰਾਂ, ਨਮਸਕਾਰ ਕਰਾਂ। ਇਹ ਭੈਣ ਵੱਡੀ ਮੇਰੀ ਯੋਗਤਾ, ਮੈਨੂੰ ਬਣਦਾ ਵੀ ਤੁਹਾਨੂੰ ਮੈਂ ਮੱਥਾ ਟੇਕਣਾ ਕਰਾਂ। ਪੁੱਠੀ ਕਰੀ ਬਾਤ ਯੋਗੂ ਨਾ ਐਸੇ। ਇਸ ਤਰ੍ਹਾਂ ਜਿਹੜੀ ਇਹ ਗੱਲ ਯੋਗ ਨਹੀਂ ਹੈ ਜੋ ਆਪ ਜੀ ਨੇ ਕੀਤੀ ਹੈ, ਇਹ ਤੇ ਪੁੱਠੀ ਗੱਲ ਕੀਤੀ ਹੈ, ਤੁਹਾਨੂੰ ਯੋਗ ਨਹੀਂ ਹੈ ਇਸ ਤਰ੍ਹਾਂ ਭੈਣ ਜੀ। ਕੀਓ ਸੋਦਰੀ ਜੋ ਅਬੈ ਆਪ ਜੈਸੇ। ਜਿਸ ਤਰ੍ਹਾਂ ਆਪ ਭੈਣ ਜੀ ਆਪ ਨੇ ਕੀਤਾ ਇਸ ਤਰ੍ਹਾਂ ਯੋਗ ਨਹੀਂ ਹੈ, ਇਹ ਤੇ ਪੁੱਠੀ ਰੀਤੀ ਹੈ।
ਕਹਿ ਨਾਨਕੀ ਸਾਚ ਜੈਸੇ ਬਖਾਨੇ। ਤੇ ਭੈਣ ਨਾਨਕੀ ਜੀ ਕਹਿਣ ਲੱਗੇ, ਭਰਾ ਜੀ ਗੁਰੂ ਨਾਨਕ ਸਾਹਿਬ ਆਪ ਨੇ ਸੱਚੀ ਬਚਨ ਕਿਹਾ ਹੈ। ਜੁਈ ਹੋਏ ਭਰਾਤਾ ਕਹੋ ਸੋ ਪਰਮਾਨੇ। ਕਹਿ ਨਾਨਕੀ ਕੀ ਹੋ ਗਿਆ? ਕਹਿ ਨਾਨਕੀ ਸਾਚ ਜੈਸੇ ਬਖਾਨੀ। ਭੈਣ ਨਾਨਕੀ ਜੀ ਕਹਿਣ ਲੱਗੇ, ਜਿਸ ਤਰ੍ਹਾਂ ਮਹਾਰਾਜ ਨੇ ਆਪ ਜੀ ਨੇ ਕਿਹਾ ਉਹ ਸੱਚੀ ਕਿਹਾ ਹੈ। ਜੁਈ ਹੋਏ ਭਰਾਤਾ ਕਹੋ ਸੋ ਪਰਮਾਨੀ। ਮਹਾਰਾਜ ਜੇ ਤਾਂ ਤੁਸੀਂ ਭਰਾ ਹੋ ਤਾਂ ਤੇ ਮੈਂ ਮੰਨ ਲਵਾਂ ਵੀ ਮੇਰੇ ਭਰਾ ਜੀ ਇਸ ਤਰ੍ਹਾਂ ਕਹਿੰਦੇ, ਮੈਨੂੰ ਕਰਨਾ ਚਾਹੀਦਾ ਹੈ। ਨਹੀਂ ਭਰਾਤ ਕਾਕੇ ਜਗਨ ਈਸ਼ ਪੇਖੋ। ਪਰ ਮਹਾਰਾਜ ਮੈਂ ਤੇ ਆਪ ਜੀ ਨੂੰ ਪਰਮੇਸ਼ਰ ਕਰਕੇ ਦੇਖਦੀ ਆ, ਤੁਸੀਂ ਕਿਸੇ ਦੇ ਭਰਾ ਨਹੀਂ ਹੋ। ਹਿਰਦੇ ਆਪਣੇ ਮੈਂ ਭਰਾਤਾ ਭੇ ਲਖੋ। ਮੈਂ ਮਹਾਰਾਜ ਆਪਣੇ ਚਿੱਤ ਵਿੱਚ ਆਪ ਨੂੰ ਭਰਾ ਨਹੀਂ ਜਾਣਦੀ, ਮੈਂ ਤੇ ਆਪ ਨੂੰ ਪਰਮੇਸ਼ਰ ਦੇਖਦੀ ਆ। ਨਾ ਆਦੰ ਨਾ ਅੰਤੰ ਬੇਅੰਤੰ ਸਰੂਪੰ। ਜੋ ਪਰਮੇਸ਼ਰ ਦਾ ਆਦ ਨਹੀਂ ਹੈ, ਅੰਤ ਨਹੀਂ ਹੈ, ਬੇਅੰਤ ਸਰੂਪ ਹੈ। ਪਿਤਾ ਹੈ ਨਾ ਮਾਤਾ ਨਾ ਬੰਧੰ ਅਨੂਪੰ। ਜਿਸ ਪਰਮੇਸ਼ਰ ਦਾ ਪਿਤਾ ਨਹੀਂ ਹੈ, ਕੋਈ ਮਾਂ ਨਹੀਂ ਹੈ, ਕੋਈ ਰਿਸ਼ਤੇਦਾਰ ਨਹੀਂ ਹੈ, ਉਪਮਾ ਤੋਂ ਰਹਿਤ ਹੈ ਜੋ। ਨਿਜੰ ਇੱਛਤੇ ਦੇਹ ਧਾਰੀ ਦਿਆਲੰ। ਉਹ ਦਿਆਲੂ ਕਿਰਪਾਲੂ ਪਰਮੇਸ਼ਰ ਹੋ ਤੁਸੀਂ। ਤੇ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੇ ਇੱਛਾ ਆਪਣੀ ਸਵੈ ਇੱਛਾ ਅਨੁਸਾਰ ਇਹ ਸਰੀਰ ਦੇ ਧਾਰੀ ਹੈ ਗੁਰੂ ਨਾਨਕ ਸਾਹਿਬ ਰੂਪ ਹੋ ਕੇ। ਉਦਾਹਰਨ ਮੰਦੰ ਜਗਨ ਜੀਵ ਜਾਲੰ। ਸਾਰੇ ਜਿਹੜੇ ਸੰਸਾਰ ਦੇ ਜੀਵ ਹੈ ਭੈੜੀ ਮੱਤ ਵਾਲੇ, ਉਹਨਾਂ ਦਾ ਉਧਾਰ ਕਰਨ ਵਾਸਤੇ ਇਹ ਦੇ ਧਾਰੀ ਆਪ ਨੇ। ਕਲੀ ਕਾਲ ਮਾਹੀ ਬਿਥਾਰੋ ਸੁਚਾਲੀ। ਆਪ ਜੀ ਕਲਯੁਗ ਦੇ ਸਮੇਂ ਵਿੱਚ ਜਿਹੜੀ ਸ੍ਰੇਸ਼ਟ ਚਾਲ ਰੀਤੀ ਮਰਿਆਦਾ ਉਸ ਨੂੰ ਫੈਲਾ ਰਹੇ ਹੋ। ਮਿਟਾਵੋ ਕੋ ਪੰਥੰ ਕੋ ਦੰਬੰ ਕਚਾਲੀ। ਖੋਟੀ ਜਿਹੜੀ ਚਾਲ ਹੈ, ਖੋਟੇ ਪਖੰਡ ਹੈ, ਜਿਹੜੇ ਖੋਟੇ ਪਖੰਡੀ ਲੋਕ, ਖੋਟੇ ਜਿਹੜੇ ਰਸਤੇ ਤਰ੍ਹਾਂ ਤਰ੍ਹਾਂ ਦੇ, ਇਹਨਾਂ ਨੂੰ ਆਪ ਮਿਟਾ ਰਹੇ ਹੋ। ਐਸ ਹੀ ਮੋਹੇ ਕੋ ਦਾਨ ਦੀਜੈ। ਇਹ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਐਸਾ ਮੈਨੂੰ ਭੈਣ ਨੂੰ ਦਾਨ ਦਈਏ। ਮਤੰ ਨਾ ਵਿਸਾਰੋ ਕਬਯੋ ਪਰਸਿਜੈ। ਇਉਂ ਪ੍ਰਸੰਨ ਹੋਵੋ ਮਹਾਰਾਜ ਕਿ ਮੈਂ ਬੁੱਧੀ ਵਿੱਚ ਕਦੀ ਨਾ ਆਪ ਜੀ ਨੂੰ ਭੁਲਾਵਾਂ ਵੀ ਕਦੀ ਭਰਾ ਨਾ ਮੰਨਾਂ, ਹਮੇਸ਼ਾ ਪਰਮੇਸ਼ਰ ਕਰੀ ਜਾਣਾ, ਪਰਮੇਸ਼ਰ ਹੀ ਮੰਨਾ ਆਪ ਜੀ ਨੂੰ। ਇਤੇ ਮਦ ਜ ਰਾਮ ਆਇਓ ਤਹਾਂ ਹੀ। ਇਹਨੇ ਜਦੋਂ ਮਹਾਰਾਜ ਜੀ ਤੇ ਭੈਣ ਨਾਨਕੀ ਜੀ ਭਗਤੀ ਭਾਵ ਭਗਤੀ ਦੇ ਬਚਨ ਕਰ ਰਹੇ ਸਨ ਆਪੋ ਵਿੱਚ ਹੀ, ਇੰਨੇ ਵਿੱਚ ਹੀ ਜਿਹੜਾ ਭਾਈਆ ਜੈ ਰਾਮ ਉੱਥੇ ਹੀ ਆ ਗਏ ਹੈ। ਸੁਸਾ ਨਾਨਕੀ ਸੋ ਮਿਲੈ ਬੈਸ ਮਾਹੀ। ਸੁਸਾ ਨਾਨਕੀ ਸੋ ਮਿਲੈ ਬੈਸ ਜਾਹੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਭੈਣ ਨਾਨਕੀ ਜੀ ਨਾਲ ਮਿਲ ਕੇ ਬੈਠੇ ਹੋਏ ਸਨ। ਉੱਠੇ ਬੰਦਨਾ ਕੋ ਨਿਹਾਰੇ ਜਰਾਮਾ। ਸਤਿਗੁਰੂ ਜੀ ਵੀ ਭਾਈਆ ਜੈ ਰਾਮ ਜੀ ਆ ਰਹੇ ਐ, ਐਵੇਂ ਦੇਖ ਕੇ ਨਮਸਕਾਰ ਕਰਨ ਵਾਸਤੇ ਉੱਠੇ ਐ ਪਹਿਲਾਂ ਹੀ। ਹਟਾਇਓ ਇਨੈ ਆਪ ਕੀਨੀ ਪਰਮਾਨਾ। ਪਰ ਭਾਈਆ ਜੈ ਰਾਮ ਬਹੁਤ ਮਹਾਨ ਹੈ, ਸਤਿਗੁਰੂ ਜੀ ਨੂੰ ਹਟਾਇਆ, ਰੋਕਿਆ ਵੀ ਮਹਾਰਾਜ ਇਸ ਤਰ੍ਹਾਂ ਨਾ ਕਰੋ। ਆਪ ਸਗੋਂ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਚਰਨਾਂ ਉੱਪਰ। ਕਹੇ ਬੈਨ ਜੈ ਰਾਮ ਧਾਮੰ ਪੁਨੀਤਾ। ਭਾਈਆ ਜੈ ਰਾਮ ਜੀ ਕਹਿਣ ਲੱਗੇ ਐ, ਮਹਾਰਾਜ ਤੁਸਾਂ ਦੇ ਘਰ ਹੀ ਪਨੀਤ ਪਵਿੱਤਰ ਕਰ ਦਿੱਤਾ ਹੈ। ਭਇਓ ਆਵਨੇ ਤੇ ਉਡੀਕੰਤ ਨੀਤਾ। ਤੁਹਾਡੇ ਆਉਣ ਕਰਕੇ ਘਰ ਪਵਿੱਤਰ ਹੋ ਗਿਆ। ਮੈਂ ਤੇ ਹਮੇਸ਼ਾ ਆਪ ਜੀ ਨੂੰ ਉਡੀਕਦਾ ਰਹਿੰਦਾ ਸੀ ਵੀ ਕਦੋਂ ਆਉਣਗੇ। ਨਿਹਾਲੰ ਕੀਓ ਮੋਹੇ ਦਿਨੋ ਵਿਦਿਦਾਰੰ। ਮਹਾਰਾਜ ਆਪਣੇ ਦਰਸ਼ਨ ਦੀਦਾਰ ਦੇ ਕੇ ਅੱਜ ਤੇ ਮੈਨੂੰ ਨਿਹਾਲ ਨਿਹਾਲ ਸਫਲ ਕੀਤਾ ਆਪ ਨੇ। ਅਹੋ ਸੰਤ ਰੂਪੰ ਅਨੂਪੰ ਦਿਆਰੰ। ਆਪ ਜੀ ਦਿਆਲੂ ਕਿਰਪਾਲੂ ਉਪਮਾ ਤੋਂ ਰਹਿਤ ਸੁੰਦਰ ਸੰਤ ਰੂਪ ਹੋ ਜੀ। ਚਾਹੋ ਪੋਸ਼ਿਸ਼ੰ ਜੈਸ ਤੈਸੀ ਹੰਡਾਵੋ। ਕੋਸ਼ਿਸ਼ੰ ਜਿਸ ਤਰ੍ਹਾਂ ਦੀ ਮਹਾਰਾਜਾ ਪੋਸ਼ਾਕ ਚਾਹੁੰਦੇ ਨੇ ਵੀ ਐਸੇ ਵਸਤਰ ਪਾਉਣੇ, ਉਹ ਜੇ ਬਣਵਾ ਕੇ ਹੰਡਾਇਆ ਕਰੋ। ਰੁਚਾ ਜੋ ਹਿਰਦੈ ਸੋ ਭਲੀ ਭਾਂਤ ਖਾਵੋ। ਤੇ ਜੋ ਵੀ ਆਪ ਜੀ ਦੀ ਰੁਚੀ ਹੁੰਦੀ, ਜੀ ਕਰਦਾ ਵੀ ਹਿਰਦੇ ਵਿੱਚ ਆ ਛਕਣਾ, ਉਹ ਭਲੀ ਭਾਂਤੀ
ਚੰਗੀ ਤਰ੍ਹਾਂ ਆਪਣੀ ਭੈਣ ਕੋ ਬਣਵਾ ਕੇ ਤੇ ਸਤਿਗੁਰੂ ਜੀ ਛਕ ਲਿਆ ਕਰੋ। ਰਹੋ ਬੈਠ ਆਪੰ ਨਿਕੇਤਨ ਤੁਮਾਰੋ। ਆਪ ਜੀ ਮੌਜ ਨਾਲ ਬੈਠੇ ਰਹੋ, ਮਹਾਰਾਜ ਤੁਹਾਡਾ ਹੀ ਆਪਣੇ ਘਰ ਹੈ। ਕਰੋ ਸੰਤ ਸੰਗੰ ਸੋ ਨਾਮੰ ਉਚਾਰੋ। ਤੇ ਜਿੱਥੇ ਜੀ ਕਰਦਾ ਸਤਸੰਗ ਹੁੰਦੀ ਉੱਥੇ ਸਤਸੰਗ ਜਾ ਕੇ ਕਰਿਆ ਕਰੋ, ਤੇ ਮੌਜ ਨਾਲ ਜਿੱਥੇ ਜੀ ਕਰਦਾ ਨਾਮ ਉਚਾਰਿਆ ਕਰੋ, ਨਾਮ ਜਪਿਆ ਕਰੋ। ਦੋਹਰਾ ਆਸ ਬਿਦ ਮਿਲ ਕਰ ਪਰਸ ਪਰ। ਇਸ ਤਰ੍ਹਾਂ ਆਪੋ ਵਿੱਚ ਹੀ ਮਿਲ ਕਰਕੇ ਸਾਰੇ ਦੋਏ ਦਿਸ਼ ਔਰ ਹਰ ਖਾਏ। ਦੋਏ ਤਰਫਾਂ ਤੋਂ ਇਹਦੇ ਵਿੱਚ ਬਹੁਤ ਖੁਸ਼ ਹੋਏ। ਇਧਰੋਂ ਭੈਣ ਨਾਨਕੀ ਜੀ, ਭਾਈ ਅਜੈ ਰਾਮ, ਉਧਰ ਗੁਰੂ ਨਾਨਕ ਸਾਹਿਬ, ਭਾਈ ਬਾਲਾ ਜੀ। ਸ੍ਰੀ ਨਾਨਕ ਸੋ ਪ੍ਰਕਾਸ਼ ਕੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਪੂਰਨ ਖੋੜਸ ਧਿਆਏ। ਇੱਥੇ 16ਵਾਂ ਅਧਿਆਇ ਸਮਾਪਤ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਲਤਾਨ ਜਾਵਨ ਪ੍ਰਸੰਗ ਵਰਨਨ ਨਾਮ ਖੋੜਸਮ ਅਧਿਆਏ। ਸੁਲਤਾਨ ਜਾਵਨ ਸੁਲਤਾਨਪੁਰ ਜਾਵਨ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅੱਧੇ ਹਿੱਸੇ ਦੇ ਜਿਹੜੇ 16 ਅਧਿਆਇ ਸਮਾਪਤ ਹੋ ਗਏ। ਜਿਵੇਂ ਸਤਿਗੁਰੂ ਜੀ ਸੁਲਤਾਨਪੁਰ ਜਿਵੇਂ ਜਾਣਾ ਹੋਇਆ, ਉਹ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹਦੇ ਪ੍ਰਸੰਗ ਦੀ ਸਮਾਪਤੀ ਹੋ ਗਈ। ਅੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਮੋਦੀ ਖਾਨੇ ਦੀ ਕਾਰ ਆਰੰਭੀ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਸ ਬਿਦ ਮਿਲ ਕਰ ਪਰਸ ਪਰ। ਦੋਏ ਦਿਸ਼ ਔਰ ਹਰ ਖਾਏ। ਸ੍ਰੀ ਨਾਨਕ ਸੋ ਪ੍ਰਕਾਸ਼ ਕੋ। ਪੂਰਨ ਖੋੜਸ ਧਿਆਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਲਤਾਨਪੁਰ ਜਾਵਨ ਪ੍ਰਸੰਗ ਵਰਨਨ ਨਾਮ ਖੋੜਸਮ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।